वाहिगुरू जी का खालसा वाहिगुरू जी की फतेह। PV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਤੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਰਜ਼ ਅੱਜ ਅਸੀਂ ਗੁਰਦੁਆਰਾ ਦਸ਼ਮੇਸ਼ ਦਰਬਾਰ ਸਰੀ ਦੇ ਵਿੱਚ ਪਹੁੰਚੇ ਆ, ਬ੍ਰਿਟਿਸ਼ ਕੋਲੰਬੀਆ ਦੀ ਧਰਤੀ ਤੇ। ਇੱਥੇ ਕੱਲ ਨੂੰ ਨਗਰ ਕੀਰਤਨ ਕੱਢਿਆ ਜਾਣਾ ਹੈ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ, ਜਿਹੜਾ ਕਿ ਨਾਰਥ ਅਮਰੀਕਾ ਦੇ ਵਿੱਚ ਸਿੱਖਾਂ ਦਾ ਸਭ ਤੋਂ ਵੱਡਾ ਇਕੱਠ ਹੁੰਦਾ। ਤੇ ਇਸ ਨਗਰ ਕੀਰਤਨ ਦੀ ਅਹਿਮੀਅਤ ਇਸ ਲਈ ਵੀ ਬਹੁਤ ਜ਼ਿਆਦਾ ਹੈਗੀ ਹੈ ਇਸ ਵਕਤ ਪੋਲੀਟੀਕਲੀ ਸਿੱਖਾਂ ਦੇ ਲਈ, ਕਿਉਂਕਿ ਬੀਤੇ ਵਰੇ ਦੇ ਵਿੱਚ ਸਰਦਾਰ ਹਰਦੀਪ ਸਿੰਘ ਨਿੱਜਰ ਦਾ ਕਤਲ ਇਸੇ ਸ਼ਹਿਰ ਦੇ ਵਿੱਚ ਹੁੰਦਾ ਆ ਤੇ ਉਸ ਦੇ ਲਈ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਵੱਲੋਂ ਸਿੱਧੇ ਤੌਰ ਦੇ ਉੱਤੇ ਭਾਰਤ ਦੀ ਹਕੂਮਤ ਨੂੰ ਜਿਹੜਾ ਹੈ ਉਹ ਜ਼ਿੰਮੇਵਾਰ ਦੱਸਿਆ ਜਾਂਦਾ ਆ। ਸੋ ਉਹਦੀ ਜਿੱਥੇ ਇੱਕ ਪਾਸੇ ਇਨਵੈਸਟੀਗੇਸ਼ਨ ਚੱਲ ਰਹੀ ਹੈ, ਉੱਥੇ ਇਸ ਨਗਰ ਕੀਰਤਨ ਦੇ ਵਿੱਚ ਜਿਹੜਾ ਆ ਉਹ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਜੁੜ ਰਹੀਆਂ ਨੇ। ਤਕਰੀਬਨ ਕੱਲ ਨੂੰ 5 ਤੋਂ 7 ਲੱਖ ਦਾ ਜਿਹੜਾ ਐਸਟੀਮੇਟ ਹੈਗਾ ਸਿੱਖਾਂ ਦਾ ਉਹ ਇੱਥੇ ਲਾਇਆ ਜਾ ਰਿਹਾ ਆ। ਸੋ ਜਿੱਥੇ ਅਸੀਂ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰਾਂਗੇ, ਅੱਜ ਇੱਕ ਦਿਨ ਪਹਿਲਾਂ ਅਸੀਂ ਗੁਰਦੁਆਰਾ ਦਸ਼ਮੇਸ਼ ਦਰਬਾਰ ਪਹੁੰਚੇ ਹਾਂ ਤੇ ਇੱਥੇ ਐਕਟਿਵਿਸਟ ਦੇ ਨਾਲ ਤੇ ਜਿਹੜੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਨੇ ਉਹਨਾਂ ਦੇ ਨਾਲ ਵੀ ਵਿਚਾਰਾਂ ਦੀ ਸਾਂਝ ਪਾਉਂਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਗੁਰਦੁਆਰਾ ਦਸ਼ਮੇਸ਼ ਦਰਬਾਰ ਇੱਥੇ ਹੈ ਕਿਉਂਕਿ ਇੱਥੇ ਨਗਰ ਕੀਰਤਨ ਜਿਹੜਾ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਵੱਲੋਂ ਸਮੂਹ ਗੁਰਦੁਆਰਾ ਸਾਹਿਬ ਦੇ ਵੱਲੋਂ ਇਹ ਨਗਰ ਕੀਰਤਨ ਜਿਹੜਾ ਸਰੀ ਦਾ ਸਭ ਤੋਂ ਵੱਡਾ, ਜਿਹੜਾ ਕਿ ਪੰਜਾਬ ਦੀ ਧਰਤੀ ਤੋਂ ਅਨੰਦਪੁਰ ਸਾਹਿਬ ਦੇ ਉੱਥੋਂ ਦੇ ਵੱਡੇ ਜਿਹੜੇ ਨਗਰ ਕੀਰਤਨ ਨਿਕਲਦੇ ਨੇ, ਉਹਨਾਂ ਤੋਂ ਬਾਅਦ ਜੇ ਬਾਹਰ ਦੀਆਂ ਕੰਟਰੀਆਂ ਦੇ ਵਿੱਚ ਵੇਖਿਆ ਜਾਵੇ ਤੇ ਸਰੀ ਦੇ ਵਿੱਚ ਕੈਨੇਡਾ ਦੇ ਵਿੱਚ ਇਹ ਉਸ ਤੋਂ ਸੈਕੰਡ ਨੰਬਰ ਤੇ ਜਿਹੜਾ ਵਾ ਉਹ ਨਗਰ ਕੀਰਤਨ ਜਿਹੜਾ ਵਾ ਉਹ ਨਿਕਲਦਾ ਵਾ, ਜਿਹਦੇ ਵਿੱਚ 5 ਤੋਂ 7 ਲੱਖ ਜਿਹੜਾ ਬੰਦਾ ਵਾ ਉਹ ਭੈਣਾਂ ਨੇ, ਬਜ਼ੁਰਗ ਨੇ, ਬੱਚੇ ਨੇ, ਉਹ ਇੱਥੇ ਆਣ ਕੇ ਇਹਦੇ ਵਿੱਚ ਆਪਣੀ ਸ਼ਮੂਲੀਅਤ ਕਰਦੇ ਨੇ। ਇੱਥੇ ਵੱਖਰੀਆਂ ਵੱਖਰੀਆਂ ਜਥੇਬੰਦੀਆਂ ਜਿੰਨੀਆਂ ਵੀ ਕੌਮ ਦੀ ਆਵਾਜ਼ ਉਠਾਉਂਦੀਆਂ ਨੇ ਉਹ ਵੀ ਆਉਂਦੀਆਂ ਨੇ। ਪੰਥਕ ਸਟੇਜ ਹੁੰਦੀ ਆ ਦੁਨੀਆ ਦੇ ਹਰ ਕੋਨੇ ਤੋਂ, ਉੱਥੋਂ ਇੱਥੇ ਲੀਡਰ ਸਾਹਿਬਾਨ ਆਉਂਦੇ ਨੇ ਤੇ ਆਪਣੇ ਆਪਣੇ ਵਿਚਾਰ ਦਿੰਦੇ ਨੇ, ਜਿਹੜਾ ਕਿ ਕੌਮ ਪ੍ਰਤੀ ਮੈਸੇਜ ਮਿਲਦਾ ਹੋਵੇ। ਇਹ ਸਟੇਜ ਖਾਲਿਸਤਾਨ ਦੀ ਹੁੰਦੀ ਹੈ ਤੇ ਖਾਲਿਸਤਾਨ ਦੀ ਸਟੇਜ ਦੇ ਉੱਤੇ ਹੀ ਸਾਰੀਆਂ ਇਹ ਚੀਜ਼ਾਂ ਚੱਲਦੀਆਂ ਨੇ। ਸਿੱਖ ਪਰਜਸਤ ਦੀ ਸਮੁੱਚੀ ਟੀਮ ਜਿਹੜੀ ਆ ਉਹ ਇੱਥੇ ਪਹੁੰਚੀ ਆ, 2 ਦਿਨ ਹੋ ਗਏ ਨੇ। ਅਸੀਂ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਵੱਡੇ ਬੈਨਰ ਇੱਥੇ ਲੱਗੇ ਨੇ। ਇਹ ਨਗਰ ਕੀਰਤਨ ਜਿਹੜਾ ਪਹਿਲੀ ਵਾਰੀ ਜਥੇਦਾਰ ਸ਼ਹੀਦ ਜਥੇਦਾਰ ਹਰਦੀਪ ਸਿੰਘ ਜੀ ਨਿੱਜਰ ਹੋਣਾ ਨੂੰ ਇਹ ਨਗਰ ਕੀਰਤਨ ਸਮਰਪਿਤ ਆ। ਉਹਨਾਂ ਦਾ ਵੱਡਾ ਇੱਕ ਕੱਲ ਨੂੰ ਫਲੋਟ ਵੀ ਲੱਗੇਗਾ, ਜਿਹਦੇ ਉੱਤੇ ਪੰਥਕ ਬੁਲਾਰੇ ਆਣ ਕੇ ਪੰਜਾਬ ਦੀ ਆਜ਼ਾਦੀ ਖਾਲਿਸਤਾਨ ਵਾਸਤੇ ਮੈਸੇਜ ਦੇਣਗੇ। ਇਸ ਦੇ ਨਾਲ ਨਵਾਂ ਮੈਸੇਜ ਜਿਹੜਾ ਨਵਾਂ ਦਿਨ ਨਵੀਂ ਕੰਪੇਨ ਸਿੱਖ ਪਰਜਸਤ ਜਿਹੜੀ ਆ ਉਹ ਕਰਦੀ ਆ। ਜਿਸ ਤਰ੍ਹਾਂ ਪਿਛਲੇ ਸਾਲ ਜਥੇਦਾਰ ਹਰਦੀਪ ਸਿੰਘ ਜੀ ਨਿੱਜਰ ਹੋਣਾ ਨੇ ਇਸੇ ਹੀ ਨਗਰ ਕੀਰਤਨ ਦੇ ਸਰੀ ਦੇ ਉੱਤੇ ਕਿਹਾ ਸੀ ਕਿ ਪੰਜਾਬ ਦੀ ਆਜ਼ਾਦੀ ਖਾਲਿਸਤਾਨ ਦੀਆਂ ਵੋਟਾਂ ਸਰੀ ਦੇ ਵਿੱਚ 10 ਸਤੰਬਰ ਨੂੰ ਪੈਣਗੀਆਂ। ਉਹ ਰਿਕਾਰਡ ਤੋੜ ਵੋਟਾਂ ਜਿਹੜੀਆਂ ਇੱਥੇ ਪਈਆਂ, ਪਰ ਸਾਡਾ ਜਿਹੜਾ ਯੋਧਾ ਸੀਗਾ ਭਾਰਤੀ ਏਜੰਸੀਆਂ ਦੇ ਵੱਲੋਂ, ਭਾਰਤੀ ਗੌਰਮੈਂਟ ਦੇ ਵੱਲੋਂ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਉਸ ਸ਼ਹਾਦਤ ਨੂੰ ਮੁੱਖ ਰੱਖਦਿਆਂ ਅੱਜ ਤੁਸੀਂ ਦੇਖ ਰਹੇ ਜੇ ਕਿ ਦੁਨੀਆ ਦੇ ਹਰ ਕੋਨੇ ਦੇ ਵਿੱਚ ਉਸ ਜਥੇਦਾਰ ਸਾਹਿਬ ਦੀ ਸਾਡੀ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਪਿਕਚਰ ਵੀ ਲੱਗੀ ਆ ਤੇ ਉਹਨਾਂ ਨੂੰ ਸਮਰਪਿਤ ਹੋ ਜਿਹੜੀ ਸਿੱਖ ਕੌਮ ਆ ਉਹ ਹੋਈ ਆ। ਅੱਜ ਇੱਕ ਨਵਾਂ ਕੰਪੇਨ ਲੈ ਕੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਸ਼ਹੀਦਾਂ ਦੇ ਸਥਾਨ ਤੇ ਅੱਜ ਅਰਦਾਸ ਕੀਤੀ ਗਈ, ਜਿਹੜੀਆਂ ਕਿ ਪੰਜਾਬ ਦੀ ਆਜ਼ਾਦੀ ਦੇ ਵਾਸਤੇ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਜਿੰਨੇ ਵੀ ਸਾਡੇ ਸਿੱਖ ਭੈਣ ਭਰਾ ਰਹਿੰਦੇ ਨੇ ਉਹਨਾਂ ਦੀ ਵੋਟਾਂ ਦੀ ਰਜਿਸਟ੍ਰੇਸ਼ਨ ਜਿਹੜੀ ਆ ਉਹ ਅੱਜ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਤੋਂ ਅੱਜ ਚਾਲੂ ਕੀਤੀ ਗਈ ਆ। ਅਗਲੀਆਂ ਵੋਟਾਂ ਜਿਹੜੀਆਂ ਨੇ ਉਹ ਕੈਨੇਡਾ ਦੇ ਵਿੱਚ ਜਿਹੜੀਆਂ ਉਹ ਕੈਲਗਰੀ ਦੇ ਵਿੱਚ 28 ਜੁਲਾਈ 2024 ਨੂੰ ਜਿਹੜੀਆਂ ਉਹ ਪੈਣ ਜਾ ਰਹੀਆਂ ਨੇ। ਸਮੁੱਚੀਆਂ ਸੰਗਤਾਂ ਨੂੰ, ਭੈਣਾਂ ਨੂੰ, ਬਜ਼ੁਰਗਾਂ ਨੂੰ, ਭਰਾਵਾਂ ਨੂੰ ਬੇਨਤੀ ਆ ਕਿ ਆਓ, ਤੁਹਾਡੇ ਰਿਸ਼ਤੇਦਾਰ ਸਾਹਿਬਾਨ ਸਾਰੇ ਇੱਥੇ ਰਹਿੰਦੇ ਨੇ, ਤੁਸੀਂ ਉਹਨਾਂ ਦੱਸੋ ਕਿ ਪੰਜਾਬ ਦੀ ਆਜ਼ਾਦੀ ਖਾਲਿਸਤਾਨ ਵਾਸਤੇ ਵੋਟਾਂ ਜਿਹੜੀਆਂ ਉਹ 28 ਜੁਲਾਈ ਨੂੰ ਪੈ ਰਹੀਆਂ ਨੇ। ਜਿਹੜੇ ਰਹਿ ਗਏ ਨੇ ਉਹ ਉੱਥੇ ਆਣ ਕੇ ਵੋਟਾਂ ਪਾਉਣ। ਦੂਸਰਾ ਫਿਰ ਦੁਬਾਰਾ ਬੇਨਤੀ, ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਪੰਜਾਬ ਦੀ ਆਜ਼ਾਦੀ ਖਾਲਿਸਤਾਨ ਦੀ ਵੋਟਿੰਗ ਰਜਿਸਟ੍ਰੇਸ਼ਨ ਜਿਹੜੀ ਆ ਉਹ ਅੱਜ ਗੁਰਦੁਆਰਾ ਦਸ਼ਮੇਸ਼ ਦਰਬਾਰ ਤੋਂ ਜਿਹੜੀ ਉਹ ਚਾਲੂ ਹੋਈ ਆ। ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਸਮੁੱਚੀ ਸੰਗਤ ਦਾ, ਗੁਰਦੁਆਰਾ ਗੁਰੂ ਨਾਨਕ ਸਾਹਿਬ ਦਾ, ਉਹਨਾਂ ਸਾਰਿਆਂ ਗੁਰਦੁਆਰਿਆਂ ਦੇ ਸਹਿਯੋਗ ਦੇ ਨਾਲ ਇਹ ਵੋਟਰ ਰਜਿਸਟ੍ਰੇਸ਼ਨ ਜਿਹੜੀ ਆ ਇਹ ਚਾਲੂ ਹੋਈ ਆ।
ਮੈਂ ਮੀਡੀਆ ਦਾ ਖਾਸ ਕਰਕੇ ਹੱਕ ਸੱਚ ਦੀ ਆਵਾਜ਼ TV 84 ਜਿਹੜਾ ਕਿ ਘਰ ਘਰ ਤੱਕ ਆਵਾਜ਼ ਪਹੁੰਚਾਉਂਦਾ, ਮੈਂ ਇਹਨਾਂ ਦੀ ਸਮੁੱਚੀ ਟੀਮ ਦਾ ਤਹਿ ਦਿਲ ਤੋਂ ਧੰਨਵਾਦ ਹਾਂ। ਡਾਕਟਰ ਸਾਹਿਬ ਨੇ ਆਉਣਾ ਸੀ, ਮੈਨੂੰ ਹੁਣੇ ਪਤਾ ਲੱਗਾ ਕਿ ਉਹਨਾਂ ਨੂੰ ਪਿਛਲੇ ਦਿਨੀ ਉਹਨਾਂ ਦੀ ਕੋਈ ਸਿਹਤ ਦੇ ਵਿੱਚ ਕੁਝ ਪ੍ਰੋਬਲਮਸ ਆਈ, ਇਸ ਕਰਕੇ ਉਹ ਇੱਥੇ ਨਹੀਂ ਆ ਸਕੇ, ਨਹੀਂ ਤੇ ਉਹਨਾਂ ਦੇ ਵੀ ਦਰਸ਼ਨ ਮੇਲੇ ਹੋ ਸਕਦੇ ਸੀ। ਕਿਉਂਕਿ ਅਸੀਂ ਆਸ ਰੱਖਦੇ ਹਾਂ, ਅਰਦਾਸ ਕਰਦੇ ਹਾਂ, ਕੋਈ ਵੀ ਸਾਡਾ ਖਾਲਿਸਤਾਨੀ ਭਰਾ ਜਿਹੜਾ ਵਾ ਉਹਨੂੰ ਸੱਚੇ ਪਾਤਸ਼ਾਹ ਲੰਬੀਆਂ ਉਮਰਾਂ ਬਖਸ਼ੇ ਤੇ ਪੰਜਾਬ ਦੀ ਆਜ਼ਾਦੀ ਖਾਲਸ ਸਵਾਉਣ ਵਾਸਤੇ ਦ੍ਰਿੜਤਾ ਦੇ ਨਾਲ ਕੰਮ ਕਰਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਅਰਸ, ਜਿੱਥੇ ਅਸੀਂ ਅੱਜ ਸਰੀ ਦੀ ਧਰਤੀ ਦੇ ਉੱਤੇ ਖਲੋਤੇ ਆ, ਇੱਥੇ ਸਾਡੇ ਨਾਲ ਕੌਂਸਲ ਆਫ ਖਾਲਿਸਤਾਨ ਤੋਂ ਡਾਕਟਰ ਬਖਸ਼ੀਸ਼ ਸਿੰਘ ਜੁੜੇ ਆ। ਆਓ ਇਹਨਾਂ ਦੇ ਵੀ ਵਿਚਾਰ ਜਾਣਦੇ ਹਾਂ। ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭਾਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਧੰਨਵਾਦ ਹੈ ਤੁਹਾਡਾ TV 84 ਦਾ, ਜਿਨ੍ਹਾਂ ਕਿ ਇੱਥੇ ਆ ਕੇ ਕਵਰੇਜ ਜਿਹੜਾ ਸ਼ੁਰੂ ਕੀਤਾ ਵਾ ਤਾਂ ਕਿ ਆਪਣੇ ਵਿਚਾਰ ਜਿਹੜੇ ਆ ਸਿੱਖ ਸੰਗਤਾਂ ਤੱਕ ਪਹੁੰਚ ਸਕਣ। ਜੀ ਡਾਕਟਰ ਸਾਹਿਬ, ਕਿਵੇਂ ਅਸੀਂ ਜਦੋਂ ਅੱਜ ਉਹ ਧਰਤੀ ਹੈ ਜਿੱਥੇ ਨਾਰਥ ਅਮਰੀਕਾ ਦਾ ਸਿੱਖਾਂ ਦਾ ਸਭ ਤੋਂ ਵੱਡਾ ਇਕੱਠ ਹੁੰਦਾ, ਤੇ ਇਸੇ ਧਰਤੀ ਦੇ ਉੱਤੇ ਅਸੀਂ ਬੀਤੇ ਸਾਲ ਦੇ ਵਿੱਚ ਜਦੋਂ ਹਰਦੀਪ ਸਿੰਘ ਨਿੱਜਰ ਹੋਰਾਂ ਦੀ ਸ਼ਹਾਦਤ ਦੇਖਦੇ ਹਾਂ, ਤੇ ਇਹ ਇੱਕ ਅਹਿਮ ਮੁਕਾਮ ਬਣਿਆ ਜਿਹਨੇ ਸਿੱਖ ਸਟਰਗਲ ਨੂੰ ਇੱਕ ਨਵੇਂ ਫੇਜ਼ ਦੇ ਵਿੱਚ ਜਿਵੇਂ ਲੈ ਕੇ ਆਂਦਾ ਹੁੰਦਾ ਹੈ, ਉਵੇਂ ਦਾ ਅਸੀਂ ਮਹਿਸੂਸ ਕਰਦੇ ਹਾਂ। ਕਿ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਗੱਲ ਹੁੰਦੀ ਹੈ, ਜਿਸ ਕਿਸਮ ਦਾ ਸਾਰਾ ਅੱਜ ਮਾਹੌਲ ਬਣਿਆ ਹੋਇਆ ਹੈ, ਓਵਰਆਲ ਕਿਵੇਂ ਦੇਖ ਰਹੇ ਹੋ? ਦੇਖੋ ਜੀ, ਇੱਥੇ ਹੁਣ ਤੁਸੀਂ ਵੇਖ ਰਹੇ ਜੇ ਵੀ ਕਿੰਨੀਆਂ ਸੰਗਤਾਂ ਨੇ, ਤੇ ਆ ਜੀ ਗੁਰਦਾ ਦੀ ਇਮਾਰਤ ਆਏ ਤੇ ਸਾਰੇ ਸ਼ਹੀਦਾਂ ਦੀਆਂ ਫੋਟੋਆਂ ਜਿਹੜੀਆਂ ਨੇ ਲੱਗੀਆਂ ਹੋਈਆਂ ਨੇ, ਤੇ ਭਾਰਤ ਸਰਕਾਰ ਦੀ ਇਹ ਜਿਹੜੀ ਆ ਸਦਾ ਹੀ ਕੋਸ਼ਿਸ਼ ਰਹੀ ਆ ਕਿ ਇੱਥੇ ਕਿਸੇ ਸ਼ਹੀਦ ਦੀ ਫੋਟੋ ਨਾ ਲੱਗ ਸਕੇ। ਪਰ ਇੱਥੋਂ ਦੀ ਜਿਹੜੀ ਪ੍ਰਬੰਧਕ ਕਮੇਟੀ ਆ, ਜਿਹੜੇ ਸਾਡੇ ਭਾਈ ਗਿਆਨ ਸਿੰਘ ਨੇ, ਤੇ ਇੱਥੋਂ ਜਿਹੜੇ ਪ੍ਰਧਾਨ ਨੇ ਸਮਰਾ ਸਿੰਘ ਜੀ ਹੈ, ਉਹ ਤੇ ਇਹਨਾਂ ਦੇ ਜੇ ਵੀ ਸੈਕਟਰੀ ਨੇ, ਉਹ ਸਾਰੇ ਜਿਹੜੇ ਨੇ ਬੜੇ ਕਿ ਸਿੱਖ ਦੀ ਵੈਲਿਊ ਨੂੰ ਪਛਾਣਦੇ ਨੇ, ਪੰਜਾਬ ਦੀ ਆਜ਼ਾਦੀ ਵਾਸਤੇ ਜਿਹੜਾ ਸੰਘਰਸ਼ ਹੋ ਰਿਹਾ ਵਾ ਉਸ ਨੂੰ ਉਹ ਸਮਝਦੇ ਨੇ। ਤੇ ਉਹ ਵੇਖੋ ਇੱਥੇ ਜਿਹੜੀ ਆ ਇਹ ਤੇ ਖਾਲਸਾ ਦੀ ਗੱਲ ਹੋ ਰਹੀ ਹੈ ਹਰ ਪਾਸੇ ਹੀ। ਆ ਵੇਖੋ ਇੱਥੇ ਸਿੱਖ ਪੰਜਸਰ ਦਾ ਬੂਥ ਲੱਗਾ ਹੋਇਆ ਵਾ। ਇੱਥੇ ਪੰਜਾਬ ਦੇ ਵਿੱਚ ਜਿਹੜੇ ਵੋਟਰ ਨੇ ਤੇ ਜਿਹੜੇ ਕਿ ਮਤਲਬ ਕਿ ਪੰਜਾਬ ਵਿੱਚ ਸਿੱਖ ਰਹਿੰਦੇ ਨੇ ਜਾਂ ਪੰਜਾਬ ਤੋਂ ਬਾਹਰ ਭਾਰਤ ਵਿੱਚ ਸਿੱਖ ਰਹਿੰਦੇ ਨੇ, ਉਹਨਾਂ ਦੀ ਵੋਟਰ ਰਜਿਸਟ੍ਰੇਸ਼ਨ ਜਿਹੜੀ ਆ ਸ਼ੁਰੂ ਹੋ ਗਈ ਆ। ਤੇ ਇਹ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ, ਜਿਹਨੂੰ ਮੈਂ 5K ਕਹਿਣਾ ਵਾ, ਖਾਲਿਸਤਾਨ ਫਰੋਮ ਕਸ਼ਮੀਰ ਟੂ ਕੰਨਿਆ ਕੁਮਾਰੀ, ਤੇ 4K ਨੇ ਜਿਹੜੇ ਉਹ ਇੱਥੇ ਰਜਿਸਟ੍ਰੇਸ਼ਨ ਹੋ ਰਹੀ ਆ। ਇਹ ਪੰਜਾਬ ਜਿਹੜਾ ਆਜ਼ਾਦ ਹੋ ਰਿਹਾ ਵਾ। ਤੇ ਜਿਹੜੀਆਂ ਕਿ ਹੁਣ ਇਹ ਜਿਸ ਤਰ੍ਹਾਂ ਤੁਸੀਂ ਇਹ ਸਵਾਲ ਪੁੱਛਿਆ ਸੀ ਜਾਂ ਤੁਸੀਂ ਮੈਂਸ਼ਨ ਕੀਤਾ ਸੀ ਵੀ ਇੱਥੇ ਕਿਹੋ ਜਿਹਾ ਮਾਹੌਲ ਆ, ਵੀ ਹੁਣ ਇਹ ਜਿਹੜੀ ਖਾਲਿਸਤਾਨ ਦੀ ਪ੍ਰਾਪਤੀ ਦੀ ਜਿਹੜੀ ਮੁਹਿੰਮ ਆ, ਇਹ ਇੱਕ ਇਨਕਲਾਬ ਬਣ ਚੁੱਕੀ ਆ। ਇਹ ਹਰ ਇੱਕ ਸਿੱਖ ਦਾ ਆਪਣਾ ਹੀ ਜਿਹੜਾ ਇਨਕਲਾਬ ਆ, ਆਪਣਾ ਉਹਦਾ ਜਿਹੜਾ ਵਾ ਉਹ ਵਿੱਚ ਯੋਗਦਾਨ ਆ। ਇਸ ਬਹੁਤ ਚੜ੍ਹਦੀ ਕਲਾ ਜੀ, ਪੰਜਾਬ ਆਜ਼ਾਦ ਹੋ ਰਿਹਾ ਵਾ। ਤੇ ਜਿਵੇਂ ਕੈਨੇਡੀਅਨ ਪੋਲਿਟਿਕਸ ਦੇ ਵਿੱਚ ਜਿਹੜੀ ਸਿੱਖਾਂ ਦੀ ਇਨਫਲੂਐਂਸ ਹੈ, ਉਹ ਵੀ ਜਾਂ ਇਸ ਏਰੀਆ ਦੇ ਵਿੱਚੋਂ ਉਹ ਅਸੀਂ ਦੇਖਦੇ ਹਾਂ, ਜਾਂ ਫਿਰ ਜਿਹੜਾ ਟੋਰਾਂਟੋ ਦਾ ਏਰੀਆ ਆ ਉੱਥੇ ਜਿੱਥੇ ਸਿੱਖਾਂ ਦਾ ਪੋਲੀਟੀਕਲ ਕਲਾਊਟ ਜਾਂ ਪੋਲੀਟੀਕਲ ਮਸਲ ਵੀ ਹੈ। ਤੋ ਇਹ ਸਾਲ ਵੀ ਇੱਕ ਅਹਿਮ ਹੈ ਜਿੱਥੇ ਕੈਨੇਡੀਅਨ ਏਜੰਸੀਜ਼ ਇਨਵੈਸਟੀਗੇਟ ਵੀ ਕਰ ਰਹੀਆਂ ਨੇ ਸਰਦਾਰ ਹਰਦੀਪ ਸਿੰਘ ਨਿੱਜਰ ਦੇ ਕਤਲ ਕੇਸ ਨੂੰ, ਉਹਨਾਂ ਦੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜੀ ਇਨਵੈਸਟੀਗੇਸ਼ਨ ਹੋ ਰਹੀ ਹੈ। ਤੇ ਸਾਡੇ ਲਈ ਵੀ ਇਹਦੀ ਕੀ ਅਹਿਮੀਅਤ ਹੈਗੀ ਆ? ਇਹਦੀ ਬਹੁਤ ਅਹਿਮੀਅਤ ਹੈ ਜੀ। ਜਿਸ ਤਰ੍ਹਾਂ ਕਿ ਵੇਖੋ ਸ਼ਹੀਦ ਭਾਈ ਨਿੱਜਰ, ਉਹਨਾਂ ਨੂੰ ਆਪਣੇ ਗੁਰਦੁਆਰਾ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਹੀਦ ਕੀਤਾ ਗਿਆ। ਤੇ ਜਿਹੜਾ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਸਨ, ਉਹਨਾਂ ਨੇ ਆਪਣੀ ਪਾਰਲੀਮੈਂਟ 'ਚ ਕਿਹਾ ਕਿ ਇਹਦੇ ਵਿੱਚ ਜਿਹੜੀ ਸਾਰੀ ਐਲੀਗੇਸ਼ਨ ਜਿਹੜੇ ਆ ਹਿੰਦੁਸਤਾਨ ਦੇ ਵੱਲੇ ਜਾਂਦੇ ਨੇ, ਤੇ ਜਿਹੜੀ ਇਨਵੈਸਟੀਗੇਸ਼ਨ ਚੱਲਦੀ ਆ। ਪਰ ਸਾਨੂੰ ਪੂਰਾ ਜਿਹੜਾ ਵਾ ਯਕੀਨ ਆ ਕਿ ਜਦੋਂ ਇਨਵੈਸਟੀਗੇਸ਼ਨ ਪੂਰੀ ਹੋਏਗੀ, ਉਹਦੇ ਵਿੱਚ ਇਹ ਪਤਾ ਲੱਗੇਗਾ ਕਿ ਹਿੰਦੁਸਤਾਨ ਦੀ ਸਰਕਾਰ ਜਿਹੜੀ ਆ ਉਹ ਕਲਪਟ ਆ, ਉਹ ਜਿਹੜੇ ਨੇ ਅਸੈਸਨ ਨੇ। ਤੇ ਇਹ ਸਾਰੀ ਗੱਲ ਜਿਹੜੀ ਆ ਉਦੋਂ ਨਿਕਲ ਕੇ ਆਈ ਜਦੋਂ ਕਿ ਗੁਰਪਤਵੰਤ ਸਿੰਘ ਪੰਨੂ ਸਾਹਿਬ ਨੇ ਇੱਕ ਪੋਸਟਰ ਕੱਢਿਆ, ਜਿਸ ਪੋਸਟਰ ਤੇ ਲਿਖਿਆ ਹੋਇਆ ਸੀ ਜਿਹੜੇ ਇੰਡੀਆ ਦੇ ਕਾਉਂਸਲਰ ਆਫਿਸਰ ਨੇ, ਇਹ ਹਾਊਸਿਸ ਆਫ ਟੈਰਰ ਨੇ ਜਿੱਥੇ ਸਿੱਖਾਂ ਨੂੰ ਮਾਰਨ ਦੀਆਂ ਜਿਹੜੀਆਂ ਸਾਜ਼ਿਸ਼ਾਂ ਘੜੀਆਂ ਜਾਂਦੀਆਂ ਨੇ। ਫਿਰ ਉਹਨਾਂ ਨੇ ਇੱਕ ਹੋਰ ਵੀਡੀਓ ਕੱਢੀ ਕਿ ਅਸੈਸਨਸ ਆਫ ਸ਼ਹੀਦ ਭਾਈ ਨਿੱਜਰ, ਇਹ ਜਿਹੜੇ ਇੰਡੀਅਨ ਡਿਪਲੋਮੈਟ ਨੇ, ਇਹ ਅਸੈਸਨ ਨੇ, ਇਹ ਕਾਤਲ ਨੇ, ਕਿਉਂਕਿ ਇਹ ਸਾਜ਼ਿਸ਼ਾਂ ਬਣਾਉਂਦੇ ਨੇ ਕਿ ਖਾਲਸੇ ਨੂੰ ਖਤਮ ਕਰਨ ਵਾਸਤੇ। ਜਿਹੜਾ ਹਿੰਦੁਸਤਾਨ ਦੀ ਸਰਕਾਰ ਆ, ਇਹ ਸਿੱਖਾਂ ਨੂੰ ਬਾਹਰ ਵੀ ਜਿਹੜੀ ਆ ਇਹ ਹੁਣ ਜਿਹਨਾਂ ਨੂੰ ਇਹ ਸਾਨੂੰ ਇਹ ਖਤਮ ਕਰਨਾ ਚਾਹੁੰਦੀ ਆ। ਸੋ ਇੰਡੀਆ ਜਿਹੜੀਆਂ ਵੋਟਾਂ ਪੈ ਰਹੀਆਂ ਨੇ ਰੈਫਰੈਂਡਮ ਦੀਆਂ, ਇਹਦੇ ਨਾਲ ਇੰਡੀਆ ਦੇ 2 ਰੈਫਰੈਂਡਮ ਜਿਹੜੇ ਨੇ ਉਹ ਖਤਮ ਹੋ ਚੁੱਕੇ ਨੇ। ਇੱਕ ਤਾਂ ਇੰਡੀਆ ਦਾ ਰੈਫਰੈਂਡਮ ਸੀ ਜੀ, ਥੋੜੇ ਜਿਹੇ ਸਿੱਖ ਜਿਹੜੇ ਨੇ ਖਾਲਿਸਤਾਨ ਮੰਗਦੇ ਨੇ, ਤੇ ਅੱਧੇ ਨੂੰ ਕੁਛ ਜਿਹੜੇ ਆ ਅਸੀਂ ਮਾਰ ਦਿਆਂਗੇ ਜਾਂ ਕੁਛ ਆਪੇ ਹੀ ਮਾਰ ਮੁੱਕ ਜਾਣਗੇ।
ਉਹ ਜਿਹੜਾ ਨੈਰੇਟਿਵ ਖਤਮ ਹੋ ਚੁੱਕਾ ਵਾ ਕਿ ਵੇਖੋ ਕਿ ਤੁਸੀਂ ਵੇਖਿਆ ਵਾ ਸੈਨ ਫਰਾਂਸਿਸਕੋ ਵਿੱਚ, ਸੈਕਰਾਮੈਂਟੋ ਵਿੱਚ, ਵੈਨਕੂਵਰ ਦੇ ਵਿੱਚ, ਟੋਰਾਂਟੋ ਵਿੱਚ, ਆਸਟ੍ਰੇਲੀਆ, ਇਟਲੀ ਵਿੱਚ ਲੱਖਾਂ ਦੀ ਗਿਣਤੀ ਸਿੱਖਾਂ ਨੇ ਵੋਟਾਂ ਪਾਈਆਂ ਨੇ। ਸਾਰੇ ਯੰਗ ਲੋਕ ਨੇ। ਇਹਦੇ ਨਾਲ ਦੂਜਾ ਨੈਰੇਟਿਵ ਖਤਮ ਹੋ ਚੁੱਕਾ ਵਾ ਕਿ ਅਗਲਾ ਹੁਣ ਜਿਹੜੇ ਸਿੱਖ ਜਿਹੜੇ ਨੇ ਇਹ ਖਤਮ ਹੋ ਜਾਏਗੀ। ਹੁਣ ਜਿਹੜੀ ਅਸੀਂ ਇੱਕ ਨਵੀਂ ਜਨਰੇਸ਼ਨ ਜਿਹੜੀ ਆ ਖਾਲਸਤਾਨੇ ਦੀ ਉਹ ਕ੍ਰੀਏਟ ਕਰ ਦਿੱਤੀ ਆ। ਇਹ ਨਵੀਂ ਜਨਰੇਸ਼ਨ ਜਿਹੜੀ ਆ ਸਾਡੇ ਜਿਹੜੇ ਨੌਜਵਾਨ ਸਿੱਖ ਨੇ ਉਹ ਖਾਲਸਾ ਮੰਗ ਰਹੇ ਨੇ। ਇੱਥੇ ਤੁਸੀਂ ਜਦੋਂ ਵੇਖੋਗੇ ਭਰ ਕੇ ਬਹੁਤ ਜ਼ਿਆਦਾ ਨੌਜਵਾਨ ਜਿਹੜਾ ਵਾ ਉੱਥੇ ਆਉਂਦਾ, ਕੋਈ ਸਟੂਡੈਂਟ ਆਏ ਹੋਏ ਨੇ, ਸਾਰੇ ਜਿਹੜੇ ਪੰਜਾਬ ਦੇ ਲੋਕ ਨੇ ਉਹ ਖਾਲਸਾ ਮੰਗਦੇ ਨੇ। ਪਰ ਉੱਥੇ ਤੁਹਾਨੂੰ ਬੋਲਣ ਦੀ ਇਜਾਜ਼ਤ ਨਹੀਂ, ਤੁਹਾਨੂੰ ਬੋਲਣ ਨਹੀਂ ਦਿੱਤਾ ਜਾਂਦਾ। ਤੇ ਅਸੀਂ ਜਿਹੜੇ ਆ ਅਸੀਂ ਉਹਨਾਂ ਸਿੱਖਾਂ ਦੀ, ਉਹਨਾਂ ਪੰਜਾਬ ਦੇ ਲੋਕਾਂ ਦੀ ਆਵਾਜ਼ ਆ ਜਿਨ੍ਹਾਂ ਨੂੰ ਬੋਲਣ ਦਾ ਅਧਿਕਾਰ ਨਹੀਂਗਾ। ਤੇ ਪੰਜਾਬ ਜਿਹੜਾ ਵਾ ਉਹ ਆਜ਼ਾਦ ਹੋ ਰਿਹਾ ਵਾ ਕਿਉਂਕਿ ਜਿਹੜੇ ਲੋਕੀ ਨੇ ਨਾ ਪੰਜਾਬ ਦੇ ਲੋਕ ਉਹ ਸਮਝ ਚੁੱਕੇ ਨੇ ਕਿ ਸਾਡਾ ਦੁਸ਼ਮਣ ਕੌਣ ਆ। ਸਿੱਖਾਂ ਨੂੰ ਇਹ ਪਤਾ ਲੱਗ ਗਿਆ ਵਾ ਕਿ ਸਿੱਖਾਂ ਦਾ ਦੁਸ਼ਮਣ ਜਿਹੜੀ ਆ ਹਿੰਦੁਸਤਾਨ ਦੀਆਂ ਸਰਕਾਰਾਂ ਨੇ। ਦੇਖ ਗੱਲ ਦੂਜੀ ਗੱਲ ਆ ਵੀ ਇਹਨਾਂ ਨੂੰ ਪਤਾ ਲੱਗ ਗਿਆ ਵੀ ਜਿਸ ਤਰ੍ਹਾਂ ਕਿ ਹਿੰਦੂਤਵਾ ਦਾ ਜਿਹੜਾ ਕਿ ਵੇਖੋ ਕਿ ਹੁਣ ਚਾਲ ਚੱਲਾ ਵਾ ਹੈ, ਜਿਸ ਤਰ੍ਹਾਂ ਕਿ ਇੱਕ ਭਾਰਤੀ ਨੈਸ਼ਨਲਿਜ਼ਮ ਆ, ਇੱਕ ਇੰਡੀਅਨ ਨੈਸ਼ਨਲਿਜ਼ਮ ਆ। ਮੈਂ ਸਦਾ ਹੀ ਬੇਨਤੀ ਕਰਦਾ ਤੁਹਾਡੇ ਨਾਲ ਵੀ, ਤੁਹਾਡੀ ਟੀਵੀ ਤੇ ਬੇਨਤੀ ਕੀਤੀ ਆ ਵੀ ਸਿੱਖ ਜਿਹੜੇ ਨੇ ਉਹ ਵੀ ਇੱਕ ਸਿੱਖ ਨੈਸ਼ਨਲਿਸਟ ਜਿਹੜੇ ਨੇ ਉਹ ਬਣ ਚੁੱਕੇ ਨੇ। ਉਹਨਾਂ ਨੂੰ ਪਤਾ ਲੱਗ ਗਿਆ ਵਾ ਕਿ ਜੇ ਅਸੀਂ ਆਪਣੇ ਹੱਕ ਲੈਣੇ ਨੇ ਤੇ ਸਾਨੂੰ ਆਪਣੀ ਸਿੱਖ ਨੈਸ਼ਨਲਿਜ਼ਮ ਵਿੱਚ ਬਿਲੀਵ ਕਰਨਾ ਪਏਗਾ। ਪਰ ਸਿੱਖ ਨੈਸ਼ਨਲ ਦਾ ਮਤਲਬ ਇੱਥੇ ਇਹ ਆ ਕਿ ਅਸੀਂ ਆਪਣੀ ਪੋਲੀਟੀਕਲ ਪਾਵਰ ਲੈ ਕੇ ਪੰਜਾਬ ਦੇ ਵਿੱਚ ਅਸੀਂ ਆਜ਼ਾਦੀ ਲੈਣੀ ਆ, ਫਿਰ ਪੰਜਾਬੀਆਂ ਨੂੰ ਹੱਕ ਮਿਲਣਗੇ। ਦੂਸਰੀ ਗੱਲ ਇਹ ਆ ਕਿ ਜਿਸ ਤਰ੍ਹਾਂ ਹਿੰਦੁਸਤਾਨ ਸਦਾ ਕਹਿੰਦੀ ਹੈ ਜੀ ਸਿੱਖ ਟੈਰਰਿਸਟ, ਅਸੀਂ ਕਹਿੰਦੇ ਆ ਕਿ ਤੁਸੀਂ 1947 ਤੋਂ ਲੈ ਕੇ ਹੁਣ ਤੱਕ ਜਾਂ 1984 ਤੋਂ ਲੈ ਕੇ ਵੇਖ ਲਓ ਜਿਹੜੇ ਡਾਇਸਪੋਰਾ ਸਿੱਖ ਨੇ ਸਾਡੇ ਤੇ ਕੋਈ ਕੇਸ ਨਹੀਂ ਹੈਗਾ। ਪਰ ਹਿੰਦੁਸਤਾਨ ਦੀ ਸਰਕਾਰ ਤੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਹੁਣ ਆਪ ਐਡਮਿਟ ਕੀਤਾ ਵਾ ਕਿ ਅਸੀਂ ਲੋਕਾਂ ਨੂੰ ਘਰਾਂ ਜਾ ਕੇ ਮਾਰਦੇ ਆ। ਤੇ ਵੇਖੋ ਅਸੀਂ ਤਾਂ ਕੋਈ ਬੰਦਾ ਨਹੀਂ ਮਾਰਿਆ, ਅਸੀਂ ਤੇ ਸ਼ਾਂਤਮਈ ਤਰੀਕੇ ਨਾਲ ਆਪਣੇ ਹੱਕ ਮੰਗਦੇ ਆ। ਇਹਦਾ ਮਤਲਬ ਕਿ ਹੂਜ਼ ਅ ਟੈਰਰਿਸਟ ਦੈਨ, ਵੀ ਟੈਰਰਿਸਟ ਕੌਣ ਆ। ਮੈਂ ਆਪਣੀ ਕੌਮ ਨੂੰ ਸਮਝਾਉਣਾ ਚਾਹੁੰਦਾ ਵਾਂ, ਮੈਂ ਸਿੱਖਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ, ਉਹਨਾਂ ਨੂੰ ਸਮਝਣ ਦੀ ਲੋੜ ਆ ਕਿ ਜੇ ਅਸੀਂ ਹਿੰਦੁਸਤਾਨ ਦਾ ਕੋਈ ਬੰਦਾ ਨਹੀਂ ਮਾਰਿਆ ਤੇ ਸਾਡੇ ਤੇ ਕੋਈ ਕੇਸ ਨਹੀਂ ਹੈਗਾ। ਪਰ ਹਿੰਦੁਸਤਾਨ ਦੀ ਸਰਕਾਰ ਕਹਿੰਦੀ ਆ ਵੀ ਅਸੀਂ ਚੁਣ ਚੁਣ ਕੇ ਤੁਹਾਨੂੰ ਮਾਰਾਂਗੇ ਤੇ ਅਸੀਂ ਤੇ ਆਪਣਾ ਰੈਫਰੈਂਡਮ ਕਰਾ ਰਹੇ ਆ ਜਿਹੜੇ ਕਿ ਇੰਡੀਆ ਨੇ ਰੈਫਰੈਂਡਮ ਕਰਾਏ ਨੇ। ਫਿਰ ਟੈਰਰਿਸਟ ਜਿਹੜਾ ਵਾ ਇੰਡੀਅਨ ਗਵਰਨਮੈਂਟ ਆ ਤੇ ਸਾਡੇ ਤੇ ਟੈਰਰ ਨੂੰ ਕੀਤਾ ਜਾ ਰਿਹਾ ਵਾ। We don't do any terrorism, we are not terrorists। ਸਾਡੇ ਤੇ ਟੈਰਰਿਸਟ ਕਰਨ ਵਾਲੇ ਜਿਹੜੇ ਨੇ ਉਹ ਟੈਰਰਿਸਟ ਨੇ। ਬਿਲਕੁਲ, ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਥੈਂਕ ਯੂ ਭਾਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਿਊਅਰਸ, ਬਿਲਕੁਲ ਜਦੋਂ ਅਸੀਂ ਇਹ ਦੇਖ ਰਹੇ ਹਾਂ ਤੇ ਡਾਕਟਰ ਸੰਧੂ ਨੇ ਜਿਹੜਾ ਮੈਸੇਜ ਦਿੱਤਾ ਹੈ, ਸੁਨੇਹਾ ਦਿੱਤਾ, ਇਹ ਬੜਾ ਇੰਪੋਰਟੈਂਟ ਹੈ ਕਿ ਸਾਨੂੰ ਐਟ ਦੀ ਐਂਡ ਆਫ ਦ ਡੇ ਜਦੋਂ ਅਸੀਂ ਦੇਖਦੇ ਹਾਂ ਤੇ ਜਿਹੜਾ ਸਿੱਖ ਨੈਸ਼ਨਲਿਜ਼ਮ ਹੈ ਇਹਨੂੰ ਮਜ਼ਬੂਤ ਕਰਨ ਦੀ ਲੋੜ ਹੈ। ਅਸੀਂ ਜਦੋਂ ਸਿੱਖ ਪਰਸਪੈਕਟਿਵ ਤੋਂ ਦੇਖਦੇ ਹਾਂ, ਸਿੱਖ ਨੈਸ਼ਨਲਿਸਟ ਬਣ ਕੇ ਦੇਖਦੇ ਹਾਂ ਤੇ ਸਾਨੂੰ ਜਿਹੜੀਆਂ ਚੀਜ਼ਾਂ ਨੇ, ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ ਉਹ ਇੱਕ ਡਿਫਰੈਂਟ ਤਰੀਕੇ ਨਾਲ ਨਜ਼ਰ ਆਉਂਦੀਆਂ ਨੇ। ਸਾਨੂੰ ਆਪਣੇ ਜਿਹੜੇ ਹਿੱਤ ਨੇ ਸਿੱਖ ਹੋਣ ਦੇ ਨਾਤੇ ਉਹ ਸਾਨੂੰ ਪਹਿਲ ਦੇ ਆਧਾਰ ਦੇ ਉੱਤੇ ਨਜ਼ਰ ਆਉਂਦੇ ਨੇ, ਨਾ ਕਿ ਜਿਹੜਾ ਨੈਰੇਟਿਵ ਇੰਡੀਅਨ ਗਵਰਨਮੈਂਟ ਵੱਲੋਂ ਜਾਂ ਉਹਨਾਂ ਦੇ ਅਦਾਰਿਆਂ ਵੱਲੋਂ ਬਿਲਡ ਕੀਤਾ ਜਾਂਦਾ ਹੈ। ਗੁਰੂ ਜੀ ਕੀ ਫਤਿਹ ਜੀ। ਸਾਡੇ ਨਾਲ ਇਸ ਵਕਤ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਦੇ ਜਿਹੜੇ ਪ੍ਰਬੰਧਕ ਕਮੇਟੀ ਦੇ ਵਿੱਚੋਂ ਭਾਈ ਸਾਹਿਬ ਹੈਗੇ ਆ, ਸਾਡੇ ਨਾਲ ਜੁੜੇ ਆ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਆਪ ਜੀ ਨੂੰ ਤੇ ਟੀਵੀ 84 ਸੁਣ ਰਿਹਾ ਸਾਰੇ ਹੀ ਆਪ ਜੀ ਦੇ ਸਰੋਤਿਆਂ ਨੂੰ ਗੁਰੂ ਫਤਿਹ ਪ੍ਰਵਾਨ ਹੋਵੇ ਜੀ। ਭਾਈ ਸਾਹਿਬ, ਕਿਵੇਂ ਦੇਖਦੇ ਹੋ ਭਾਈ ਹਰਦੀਪ ਸਿੰਘ ਨਿੱਜਰ ਨੂੰ ਸਾਡੇ ਕੋਲੋਂ ਵਿਛੜਿਆ ਅਰਸਾ ਹੋ ਗਿਆ ਆ ਤੇ ਜਿੱਥੇ ਕੈਨੇਡੀਅਨ ਪਾਰਲੀਮੈਂਟ ਦੀ ਇਸ ਵਕਤ ਇਨਕੁਆਇਰੀ ਵੀ ਚੱਲ ਰਹੀ ਹੈ, ਕੈਨੇਡੀਅਨ ਅਥਾਰਟੀਜ਼ ਇਹਦੇ ਤੇ ਲੱਗੀਆਂ ਹੋਈਆਂ ਨੇ ਤੇ ਸਿੱਖ ਸੰਗਤਾਂ ਦੇ ਵਿੱਚ ਵੀ ਸਿੱਖਾਂ ਨੇ ਜਦੋਂ ਉਹ ਤੋਂ ਬਾਅਦ ਰੈਫਰੈਂਡਮ ਦੀ ਕੈਂਪੇਨ ਕੈਨੇਡਾ ਦੇ ਵਿੱਚ ਮਤਲਬ ਬੜਾ ਵੱਡਾ ਹੁਲਾਰਾ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਮਿਲਿਆ। ਇਸ ਕਿਸਮ ਦਾ ਮਾਹੌਲ ਬਣਿਆ ਜਿਵੇਂ ਉਹਨਾਂ ਦੀ ਸ਼ਹਾਦਤ ਦੇ ਨਾਲ ਸੰਘਰਸ਼ ਦੇ ਵਿੱਚ ਇੱਕ ਨਵੀਂ ਰੂਹ ਫੂਕੀ ਗਈ। ਤੁਸੀਂ ਕਿਵੇਂ ਮਹਿਸੂਸ ਕੀਤਾ ਇੱਥੇ ਬੈਠੇ ਆ, ਤੁਸੀਂ ਉਹ ਸਾਰੇ ਪਾਰਟ ਦਾ ਵਿਟਨੈਸ ਰਹੇ ਹੋ? ਬਿਲਕੁਲ ਜੀ, ਜਿਸ ਤਰ੍ਹਾਂ ਇਹ ਆਪਾਂ ਪਹਿਲਾਂ ਵੀ ਪੜ੍ਹਦੇ ਸੁਣਦੇ ਆ ਵੀ ਸ਼ਹੀਦਾਂ ਦਾ ਜਿਹੜਾ ਖੂਨ ਜਦੋਂ ਡੁੱਲਦਾ ਵਾ ਉਹ ਉਜਾਈ ਨਹੀਂ ਜਾਂਦਾ, ਉਹ ਰੰਗ ਲਿਆਉਂਦਾ ਵਾ। ਉਹ ਵੀ ਸਮਾਂ ਸੀ ਜਦੋਂ ਖਾਲਿਸਤਾਨ ਦੀ ਜਿਹੜੀ ਗੱਲ ਸੀਗੀ ਚੱਲਦੀ ਸੀ ਦੁਨੀਆ ਦੇ ਵਿੱਚ, ਬੇਸ਼ੱਕ ਬਹੁਤ ਲੰਬੇ ਸਮੇਂ ਤੋਂ ਚੱਲ ਰਹੀ ਆ ਤੇ ਹੁਣ ਵੀ ਚੱਲ ਰਹੀ ਸੀ, ਪਰ ਉਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀ ਭਾਰਤ ਦੀ ਜ਼ਾਲਮ ਸਰਕਾਰ ਆ ਜਾਂ ਉਹਨਾਂ ਦਾ ਫੇਕ ਮੀਡੀਆ ਆ, ਸਿੱਖ ਕੌਮ ਗੁਲਾਮ ਹੋਣ ਕਰਕੇ ਸਾਡਾ ਚੁਰਿੰਦਾ ਹੀ ਮੀਡੀਆ ਹੈਗਾ। ਜਿੱਦਾਂ ਆਪ ਜੀ ਵਰਗੇ ਕੁਛ ਗੁਰਮੁਖ ਪਿਆਰੇ
ਜਾਂ ਕੁਝ ਨਿਰਪੱਖ ਚੈਨਲ ਹੈਗੇ ਜਿਹੜੇ ਤੱਥਾਂ ਤੇ ਗੱਲ ਕਰਦੇ ਆ, ਨਹੀਂ ਤਾਂ ਜ਼ਿਆਦਾਤਰ ਉਹ ਇੰਡੀਆ ਦੇ ਜਿਹੜਾ ਸਕ੍ਰਿਪਟ ਰੀਡਰ ਮੀਡੀਆ ਆ, ਉਹ ਜਿਸ ਤਰ੍ਹਾਂ ਕਹਿ ਦਿੰਦੇ ਸੀ ਕਿ ਮੁੱਠੀ ਭਰ ਲੋਕ ਆ। ਪਰ ਭਾਈ ਹਰਦੀਪ ਸਿੰਘ ਜੀ ਇਸ ਜਿਹੜੇ ਕੈਨੇਡਾ ਚੈਪਟਰ ਦੇ ਉਹ ਲੀਡ ਕਰ ਰਹੇ ਸਨ। ਚਲੋ ਦਾਸਰਿਆਂ ਨੂੰ ਵੀ ਉਹਨਾਂ ਦੀ ਸੰਗਤ ਦੇ ਵਿੱਚ ਸੇਵਾ ਕਰਨ ਦਾ ਮੌਕਾ ਮਿਲਦਾ ਰਿਹਾ ਆ, ਤੇ ਪਰ ਉਹਨਾਂ ਦੇ ਸ਼ਹਾਦਤ ਹੋ ਜਾਣ ਤੋਂ ਉਪਰੰਤ ਫਿਰ ਪੂਰੀ ਕੌਮ ਦੇ ਵਿੱਚ ਇਹ ਗੱਲ ਪੂਰੀ ਕੌਮ ਨੇ ਅੰਡਰਸਟੈਂਡ ਕਰ ਲਈ ਆ ਵੀ ਜੇ ਇੱਕ ਅਸੀਂ ਪੀਸਫੁਲ ਤਰੀਕੇ ਨਾਲ ਗੱਲ ਕਰਦੇ ਨੂੰ ਵੀ ਸਾਨੂੰ ਭਾਰਤ ਦੀ ਸਰਕਾਰ ਵਿਦੇਸ਼ਾਂ ਦੇ ਵਿੱਚ ਆਣ ਕੇ ਵੀ ਗੋਲੀਆਂ ਮਾਰਦੀ ਆ, ਫਿਰ ਸਿੱਖਾਂ ਦਾ ਇਸ ਚੀਜ਼ ਤੋਂ ਬਗੈਰ ਕੋਈ ਹੱਲ ਨਹੀਂ ਹੈਗਾ ਕਿ ਸਿੱਖ ਕੌਮ ਨੇ ਆਜ਼ਾਦ ਹੋਣਾ। ਉਸ ਉਹਨਾਂ ਦੀ ਸ਼ਹਾਦਤ ਹੋਣ ਤੋਂ ਉਪਰੰਤ ਜਿੱਦਾਂ ਸਿੱਖ ਕੌਮ ਨੇ ਆਪਣਾ ਪੱਕਾ ਮਨ ਬਣਾਇਆ ਤੇ ਇੱਕ ਆਪਣੇ ਜਿਹੜਾ ਮੈਂਡੇਟ ਆ ਉਹਦੇ ਤੇ ਵੀ ਉਹਨਾਂ ਨੇ ਮੋਹਰਾਂ ਲਾ ਕੇ ਦੱਸਿਆ ਕਿ ਸਿੱਖ ਕੌਮ ਸਾਰੀ ਸਮੁੱਚੀ ਕੌਮ ਹੀ ਖਾਲਸਤਾਨ ਖਾਲਸਾ ਰਾਜ ਚਾਹੁੰਦੀ ਆ। ਤੇ ਇਹ ਦੁਨੀਆ ਦੀ ਮੀਡੀਆ ਨੇ ਵੀ ਆਪ ਜਿਹੇ ਵੀਰਾਂ ਦੇ ਜਿਹੜੇ ਲੰਬੇ ਸਮੇਂ ਤੋਂ ਸਿਹਰਤ ਯਤਨ ਕਰ ਰਹੇ ਸੀ ਉਹਨਾਂ ਨੂੰ ਵੀ ਬੂਰ ਪਿਆ, ਤੇ ਅੱਜ ਪੂਰੀ ਦੁਨੀਆ ਦਾ ਜਿਹੜਾ ਮੀਡੀਆ ਆ, ਜਿਸ ਤਰ੍ਹਾਂ 5i ਵਰਗੇ ਜਾਂ ਹੋਰ ਜਿਹੜੇ ਵੱਡੇ ਮੀਡੀਆ, ਉਹ ਵੀ ਇਸ ਚੀਜ਼ ਦੇ ਕਾਇਲ ਹੋਏ ਨੇ ਅਤੇ ਉਹ ਵੀ ਇਸ ਚੀਜ਼ ਨੂੰ ਦੁਨੀਆ ਸਾਹਮਣੇ ਰੱਖ ਰਹੇ ਨੇ ਕਿ ਸਿੱਖ ਇੱਕ ਵੱਖਰੀ ਕੌਮ ਆ ਤੇ ਇੱਕ ਸੈਪਰੇਟ ਇਸ ਲੀਡਰ ਦੇ ਤੌਰ ਦੇ ਉੱਤੇ ਵੀ ਸਾਰੀ ਕੌਮ ਨੇ ਭਾਈ ਹਰਦੀਪ ਸਿੰਘ ਜੀ ਨੂੰ ਵੀ ਮੰਨਿਆ। ਤੇ ਇੱਕ ਕੌਮ ਦਾ ਜੋ ਇਸ਼ੂ ਆ, ਇਹਦੀ ਗੱਲ ਵੀ ਅੱਜ ਪੂਰੀ ਦੁਨੀਆ ਦੇ ਵਿੱਚ ਸਾਹਮਣੇ ਆਈ ਕਿ ਵਾਕਿਆ ਹੀ ਬੇਸ਼ੱਕ ਸਾਡੇ ਯੋਧਿਆਂ ਨੇ ਬੜੀਆਂ ਕੁਰਬਾਨੀਆਂ ਕੀਤੀਆਂ, ਬਹੁਤ ਵੱਡਾ ਸੰਘਰਸ਼ ਲੜਿਆ, ਪਰ ਅੱਜ ਗੁਰੂ ਪਾਤਸ਼ਾਹ ਨੇ ਇੰਨੀ ਕੁ ਕਿਰਪਾ ਕੀਤੀ ਕਿ ਅੱਜ ਵਿਦੇਸ਼ਾਂ ਦੀ ਧਰਤੀ ਦੇ ਉੱਤੇ, ਕੈਨੇਡਾ ਵਰਗੀ ਧਰਤੀ ਦੇ ਉੱਤੋਂ ਜਦੋਂ ਇੱਕ ਸ਼ਹੀਦ ਸਿੰਘ ਦਾ ਖੂਨ ਡੁੱਲਾ ਤੇ ਉਹ ਇਹੋ ਜਿਹਾ ਉਹਨੇ ਵਾਲਾ ਮਾਰਿਆ ਕਿ ਭਾਰਤ ਸਰਕਾਰ ਦੇ ਜਿਹੜੇ ਜ਼ੁਲਮਾਂ ਦੀ ਜਿਹੜੀ ਉਹਨਾਂ ਦਾ ਗੜ੍ਹ ਆ ਉਹ ਤੋੜ ਕੇ ਰੱਖਤਾ ਤੇ ਉਹਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ। ਤੇ ਗੁਰੂ ਮਹਾਰਾਜ ਕਿਰਪਾ ਕਰਨਗੇ ਕਿ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸ਼ਹੀਦਾਂ ਦਾ ਸੁਪਨਾ ਆ, ਖਾਲਸਤਾਨ ਖਾਲਸਾ ਰਾਜ, ਜਿੱਥੇ ਸਰਬੱਤ ਦੇ ਭਲੇ ਦੀ ਗੱਲ ਹੁੰਦੀ ਆ, ਜਿੱਥੇ ਗੁਰੂ ਨਾਨਕ ਸਾਹਿਬ ਜੀ ਦੇ ਸੰਕਲਪ ਦੇ ਮੁਤਾਬਕ ਜਿਸ ਤਰ੍ਹਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਰਾਜ ਹੋਇਆ, ਜਿਸ ਤਰ੍ਹਾਂ ਫਿਰ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਹੋਇਆ, ਇਹੋ ਜਿਹਾ ਰਾਜ ਦੀ ਜਿਹੜੀ ਸਿੱਖ ਕਲਪਨਾ ਕਰ ਰਹੇ ਆ, ਉਹ ਜ਼ਰੂਰ ਛੇਤੀ ਤੋਂ ਛੇਤੀ ਇਸ ਦੁਨੀਆ ਦੇ ਸਾਹਮਣੇ ਉਹ ਆਵੇਗਾ। ਉਸ ਲਈ ਅੱਜ ਵੀ ਸਾਰੇ ਸਿੰਘ ਜਿੱਦਾਂ ਸਿੱਖ ਫॉर ਜਸਟਿਸ ਦੀ ਟੀਮ ਇਸ ਟਾਈਮ ਲੀਡ ਲੋਕ ਰੋਲ ਦੇ ਵਿੱਚ ਕੰਮ ਕਰ ਰਹੀ ਆ, ਸਾਰੇ ਸਾਡੇ ਸਿੰਘ ਦਿਨ ਰਾਤ ਲੱਗੇ ਹੋਏ ਆ ਤੇ ਗੁਰੂ ਮਹਾਰਾਜ ਜ਼ਰੂਰ ਬੋੜੀ ਕਰਨਗੇ ਕੌਮ ਦੀ ਝੋਲੀ ਦੇ ਵਿੱਚ, ਜਿਹੜਾ ਕੌਮ ਦਾ ਆਪਣਾ ਕੌਮੀ ਘਰੋਂ ਪਾਉਣਗੇ ਜੀ। ਜਿਹੜੀ ਕੈਨੇਡੀਅਨ ਅਥਾਰਟੀਜ਼ ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਉਹਦੇ ਨਾਲ ਇੱਥੇ ਲੋਕਲ ਤੁਸੀਂ ਸੰਗਤ ਦੇ ਵਿੱਚ ਵੀ ਵਿਚਰਦੇ ਹੋ, ਸੰਗਤ ਦਾ ਵੀ ਜਿਹੜਾ ਇੱਕ ਉਭਾਰ ਸੀਗਾ, ਇੱਕ ਜਾਗਰੂਕਤਾ ਦੇਖਣ ਨੂੰ ਮਿਲੀ ਹੈ। ਲੋਕ ਉਲਰ ਕੇ ਖਾਲਿਸਤਾਨ ਦੇ ਸੰਘਰਸ਼ ਦੇ ਨਾਲ, ਰੈਫਰੈਂਡਮ ਦੀ ਕੈਂਪੇਨ ਦੇ ਨਾਲ ਜੁੜੇ ਆ। ਕੈਨੇਡੀਅਨ ਅਥਾਰਟੀਜ਼ ਵੱਲੋਂ ਇਹਨੂੰ ਕਿਵੇਂ ਪਰਸੀਵ ਕੀਤਾ ਗਿਆ, ਕਿਉਂਕਿ ਤੁਸੀਂ ਉਹਨਾਂ ਦਾਇਰਾਕਾਰ ਦੇ ਵਿੱਚ ਵਿਚਰਦੇ ਹੋ ਕਿ ਤੁਸੀਂ ਅਥਾਰਟੀਜ਼ ਦੇ ਨਾਲ ਵੀ ਇਨ ਟੱਚ ਹੁੰਦੇ ਹੋ, ਉਹਨਾਂ ਦੀ ਕੀ ਤੁਹਾਨੂੰ ਹਦਾਇਤਾਂ ਕੀ ਨੇ ਇਸ ਵਕਤ? ਉਹਨਾਂ ਦੀ ਹਰਦੀਪ ਸਿੰਘ ਨਿੱਜਰ ਦੀ ਅਸੈਸੀਨੇਸ਼ਨ ਤੋਂ ਬਾਅਦ, ਉਹਨਾਂ ਦੀ ਸ਼ਹਾਦਤ ਤੋਂ ਬਾਅਦ, ਤੇ ਨਾਲ ਹੀ ਨਾਲ ਅੱਜ ਜੋ ਉਹ ਜਾਂਚ ਕਰ ਰਹੇ ਆ, ਉਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਬਿਲਕੁਲ ਜੀ, ਇਹ ਜਿਹੜੀ ਭਾਈ ਹਰਦੀਪ ਸਿੰਘ ਦੀ ਸ਼ਹਾਦਤ ਹੋਈ ਆ, ਇਹਦੇ ਤੇ ਸਾਡੀ ਡੇ ਫਸਟ ਤੋਂ ਹੀ ਸਮੁੱਚੀ ਮੈਨੇਜਮੈਂਟ ਵੱਲੋਂ ਇਹ ਕਿਹਾ ਗਿਆ ਸੀ ਕਿ ਭਾਰਤ ਸਰਕਾਰ ਵੱਲੋਂ ਗਿਣਿਆ ਮਿਥਿਆ ਕਤਲ ਆ ਤੇ ਉਹਨਾਂ ਦੀ ਸ਼ਹਾਦਤ ਆ ਭਾਰਤ ਸਰਕਾਰ ਵੱਲੋਂ ਗਿਣ ਮਿਥ ਕੇ ਕੀਤੀ ਗਈ ਆ। ਤੇ ਪਰ ਉਹ ਅਸੀਂ ਤਾਂ ਕਿਹਾ ਸੀ ਕਿਉਂਕਿ ਉਹਨਾਂ ਦੀ ਐਕਸਟ੍ਰਾਡਾਈਟ ਕਰਨਾ, ਵੱਖ ਵੱਖਰੇ ਤਰੀਕਿਆਂ ਨਾਲ ਉਹਨਾਂ ਨੂੰ ਇੱਥੋਂ ਲਿਜਾਣ ਦੇ ਜਿਹੜੇ ਯਤਨ ਸੀ ਔਰ ਮਾਰਨ ਦੇ, ਔਰ ਉਹਨਾਂ ਦੇ ਸਿਰ ਦਾ ਨਾਮ ਵੀ ਰੱਖਿਆ ਸੀ, ਉਹਨਾਂ ਚੀਜ਼ਾਂ ਤੋਂ ਸਾਡੇ ਸਾਹਮਣੇ ਸਾਰਾ ਕੁਝ ਹੋ ਰਿਹਾ ਸੀਗਾ। ਉਹਨਾਂ ਦੇ ਉੱਤੇ ਹਰ ਤਰੀਕੇ ਨਾਲ ਉਹਨਾਂ ਦੀ ਕਰੈਕਟਰ ਅਸੈਸੀਨੇਸ਼ਨ ਕਰਨ ਦੀ ਵੀ ਪਹਿਲਾਂ ਕੋਸ਼ਿਸ਼ ਕੀਤੀ ਗਈ ਆ। ਸੋ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਉਹਨਾਂ ਨੂੰ ਜਦੋਂ ਹਤਾਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਹ ਜਦੋਂ ਨਹੀਂ ਝੁਕੇ, ਅਖੀਰ ਦੇ ਵਿੱਚ ਉਹਨਾਂ ਦੀ ਸ਼ਹਾਦਤ ਹੋਈ ਆ। ਪਰ ਕਿਉਂਕਿ ਜਿਹੜੀਆਂ ਕੈਨੇਡਾ ਵਰਗੇ ਦੇਸ਼ਾਂ ਦੀਆਂ ਸਰਕਾਰਾਂ ਇਹ ਤੱਥਾਂ ਤੇ ਕੰਮ ਕਰਦੀਆਂ ਆ, ਬੇਸ਼ੱਕ ਸਾਡੇ ਕੋਲ ਤੱਥ ਸੀਗੇ, ਪਰ ਜਦੋਂ ਸਰਕਾਰ ਨੂੰ ਤੱਥ ਮਿਲੇ ਤੇ ਉਹਨਾਂ ਨੇ ਤੱਥਾਂ ਦੇ ਆਧਾਰਿਤ ਦੇ ਵਿੱਚ ਇਹ ਦੱਸਿਆ ਕਿ ਸਾਡੇ ਕੋਲ ਕ੍ਰੈਡੀਬਲ ਐਵੀਡੈਂਸ ਹੈਗੇ ਆ। ਪਰ ਇੱਕ ਦੋ ਜਿਹੜੇ ਇਹਨਾਂ ਦੇ ਅਫੀਸਰ ਆ ਜਾਂ ਰਾਜਦੂਤ ਆ, ਜਿੱਦਾਂ ਪਵਨ ਕੁਮਾਰ ਰਾਏ ਵਰਗੇ, ਐਕਸਪੈਲ ਵੀ ਕੀਤੇ ਗਏ ਆ, ਪਰ ਹੱਲੇ ਵੀ ਸੰਜੇ ਕੁਮਾਰ ਵਰਮਾ ਵਰਗੇ ਜਿਹੜੇ ਦੰਦ ਦਨਾਉਂਦੇ ਫਿਰਦੇ ਆ, ਕਿਉਂਕਿ ਸਿੱਖ ਕੌਮ ਇੱਕ ਸਟੇਟਲੈਸ ਕੌਮ ਆ। ਜਿਹੜੀ ਭਾਰਤ ਆ ਉਹ ਇੱਕ ਹਿੰਦੂ ਜਮਾਤ ਆ, ਇੱਕ ਜ਼ਾਲਮ ਰਜੀਮ ਆ। ਇਸ ਕਰਕੇ ਇਹੋ ਹੀ ਅਸੀਂ ਕਹਿ ਸਕਦੇ ਹਾਂ ਵੀ ਹਾਲੇ ਤੱਕ ਅੱਜ 10 ਮਹੀਨੇ ਹੋ ਗਏ ਪੂਰੇ, ਹਾਲੇ ਤੱਕ ਸਿੱਖ ਕੌਮ ਨੂੰ ਕੋਈ ਇਨਸਾਫ ਨਹੀਂ ਮਿਲਿਆ। ਅਸੀਂ ਹਰ ਉਹ ਦਰਵਾਜ਼ਾ ਖੜਕਾਇਆ ਆ ਜਿਹਦੇ ਵਿੱਚ ਚਾਹੇ ਉਹ ਪਬਲਿਕ ਸੇਫਟੀ ਮਿਨਿਸਟਰੀ BC ਦੀ ਲੋਕਲ ਹੋਵੇ,
ਚਾਹੇ ਫੈਡਰਲ ਦੀ ਹੋਵੇ, ਚਾਹੇ ਫੈਡਰਲ ਦਾ ਕੋਈ ਵੀ ਅਦਾਰਾ ਹੋਵੇ, ਪਟੀਸ਼ਨ ਵੀ ਪਈ ਸੀ, ਉਹਦੇ ਤੇ ਵੀ ਲੱਖਾਂ ਲੋਕਾਂ ਨੇ ਸਾਈਨ ਕੀਤੇ। ਉਹ ਤੋਂ ਉਪਰੰਤ ਪਾਰਲੀਮੈਂਟ ਦੇ ਵਿੱਚ ਵੀ ਗੱਲ ਚੱਲੀ ਆ, ਵਾਰ-ਵਾਰ ਸ਼ਹੀਦ ਨਿੱਜਰ ਦਾ ਨਾਂ ਲਿਆ ਗਿਆ। ਪਰ ਇਹ ਹੁਣ ਇੱਕ ਕੈਨੇਡਾ ਸਰਕਾਰ ਦੇ ਉੱਤੇ ਵੀ ਬਹੁਤ ਵੱਡੀ ਜ਼ਿੰਮੇਵਾਰੀ ਆ ਕਿ ਉਹ ਜਸਟਿਸ ਡਿਲੇ ਜਸਟਿਸ ਡਿਨਾਈ ਵਾਲੀ ਗੱਲ ਹੋ ਜਾਏਗੀ। ਜੇ ਸਿੱਖ ਕੌਮ ਦਾ ਜਿਹੜਾ ਸਬਰ ਦਾ ਬੰਨ੍ਹ ਆ ਤੇ ਉਹਨੂੰ ਮਤਲਬ ਹੋਰ ਨਹੀਂ ਪਰਖਣਾ ਚਾਹੀਦਾ, ਕਿਉਂਕਿ ਸਿੱਖ ਕੌਮ ਇੱਕ ਮਿਹਨਤਕਸ਼ ਕੌਮ ਆ, ਇਮਾਨਦਾਰੀ ਦੇ ਨਾਲ ਸਰਬੱਤ ਦੇ ਭਲੇ ਦੇ ਸੰਕਲਪ ਦੇ ਵਿੱਚ ਰਹਿ ਕੇ ਕੰਮ ਕਰਨ ਵਾਲੀ ਕੌਮ ਆ। ਸੋ ਜੇ ਇੱਕ ਸਾਡੇ ਯੋਧੇ ਦਾ, ਨੌਜਵਾਨ ਸਾਡੇ ਸਿੱਖ ਲੀਡਰ ਦਾ ਇਸ ਤਰੀਕੇ ਦੇ ਨਾਲ ਜੇ ਸ਼ਰੇਆਮ ਲੋਕਾਂ ਦੀ ਭਰੀ ਮਤਲਬ ਸੰਗਤ ਦੇ ਵਿੱਚ ਜੇ ਇਦਾਂ ਇਹ ਕਤਲ ਕਰਕੇ ਜਾਣਗੇ ਤੇ ਇਹਨਾਂ ਜਿਹੜੀਆਂ ਵੱਡੀਆਂ ਸਰਕਾਰਾਂ ਆ, ਕੈਨੇਡਾ ਵਰਗੇ ਮਨੁੱਖੀ ਹੱਕਾਂ ਦੇ ਲੰਬਰਦਾਰ ਦੇਸ਼ਾਂ, ਇਹਨਾਂ ਨੂੰ ਵੀ ਇੱਕ ਮਿਹਣਾ ਆ। ਸੋ ਅਸੀਂ ਹੱਲੇ ਵੀ ਉਹੀ ਆਸ ਕਰਦੇ ਆ ਕਿ ਜਿਹੜੀ ਕੈਨੇਡਾ ਦੀ ਸਰਕਾਰ ਆ ਤੇ ਇੱਥੇ ਦੀ ਜਿਹੜੀ ਪੁਲਿਸ ਆ ਵੀ ਉਹ ਜ਼ਰੂਰ ਇਹਦੇ ਜਿਹੜੇ ਤੱਥ ਆ ਉਹ ਜਲਦੀ ਤੋਂ ਜਲਦੀ ਕੱਢ ਕੇ ਤੇ ਜਿਹੜੇ ਇਹਦੇ ਅਸਲ ਜਿਹੜੇ ਦੋਸ਼ੀ ਆ ਉਹਨੂੰ ਉਹਨਾਂ ਦੀ ਜਿਹੜੀ ਬਣਦੀ ਸਜ਼ਾ ਉਹ ਜ਼ਰੂਰ ਦੇਵੇਗੀ। ਸੋ ਅਸੀਂ ਲਗਾਤਾਰ ਇਹ ਸਾਰੇ ਸਿੰਘ ਜਿਹੜੇ ਜਿੰਨੀ ਸਾਡੀ ਟੀਮ ਆ, ਚਾਹੇ ਗੁਰੂ ਘਰ ਦੀ ਮੈਨੇਜਮੈਂਟ ਆ, ਚਾਹੇ ਸਿੱਖ ਫॉर ਜਸਟਿਸ ਦੀ ਸਾਰੀ ਟੀਮ ਆ, ਸਾਰੇ ਅਸੀਂ ਜਿਹੜੀ ਨਿਰੰਤਰ ਇਸ ਚੀਜ਼ ਤੇ ਲੱਗੇ ਆ। ਪਰ ਜਿਹੜਾ ਗਵਰਨਮੈਂਟ ਦਾ ਸੁਪਨਾ ਸੀ ਭਾਰਤ ਦੀ ਸਰਕਾਰ ਦਾ ਵੀ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਕਰਕੇ ਵੀ ਸ਼ਾਇਦ ਵੀ ਸਿੰਘ ਇੱਥੇ ਚੁੱਪ ਕਰ ਜਾਣਗੇ ਜਾਂ ਖਾਲਿਸਤਾਨ ਦੀ ਗੱਲ ਰੁਕ ਜਾਊਗੀ, ਉਹ ਗੱਲ ਰੁਕਣ ਦੀ ਬਜਾਏ ਹੁਣ ਹੋਰ ਬਹੁਤ ਜ਼ਿਆਦਾ ਉੱਪਰ ਦੀ ਉੱਪਰ ਜਾਂਦੀ ਜਾ ਰਹੀ ਹੈ। ਉਹ ਜਿੱਦਾਂ ਤੁਸੀਂ ਵੀ ਹੁਣ ਦੇਖ ਹੀ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਮਤਲਬ ਜਿੱਥੇ ਹਜ਼ਾਰਾਂ ਦੀ ਗਿਣਤੀ ਚੋਂ ਲੱਖਾਂ ਤੇ ਚੱਲ ਗਈ, ਹੁਣ ਲੱਖਾਂ ਤੋਂ ਮਿਲੀਅਨ ਦੇ ਵਿੱਚ ਜਾ ਰਹੀ ਆ। ਸੋ ਇਸ ਤਰੀਕੇ ਦੇ ਨਾਲ ਜਿੱਥੇ ਇੱਕ ਪਾਸੇ ਆਸ ਵੀ ਆ, ਨਾਲ ਦੀ ਨਾਲ ਇੱਕ ਵਾਰ ਫੇਰ ਇੱਕ ਸਿੱਖ ਕੌਮ ਨੂੰ ਵੀ ਕਹਿੰਦੇ ਵੀ ਗੁਲਾਮ ਕੌਮਾਂ ਨੂੰ ਇਨਸਾਫ ਨਹੀਂ ਮਿਲਦੇ ਹੁੰਦੇ ਕਦੇ ਵੀ, ਇਨਸਾਫ ਹਮੇਸ਼ਾ ਲੈ ਜਾਂਦੇ ਆ ਤੇ ਇਸ ਕਰਕੇ ਕੌਮ ਨੂੰ ਆਪਣਾ ਇਨਸਾਫ ਲੈਣ ਵੱਲ ਵਧਣਾ ਚਾਹੀਦਾ। ਨਹੀਂ ਤਾਂ ਠੀਕ ਆ, ਜਿੱਦਾਂ ਅਸੀਂ ਬਾਹਰਲੇ ਦੇਸ਼ਾਂ ਦੇ ਵਿੱਚ ਰਹਿੰਦੇ ਆ, ਇਹ ਇਨਸਾਫ ਪਸੰਦ ਲੋਕ ਆ, ਆਪਣੇ ਤੌਰ ਤੇ ਕੋਸ਼ਿਸ਼ ਕਰਦੇ ਆ, ਪਰ ਇਹਨਾਂ ਦੇ ਵੀ ਕੁਝ ਆਪਣੇ ਜਿਹੜੇ ਇਹਨਾਂ ਦੇ ਸਿਸਟਮ ਹੁੰਦੇ ਆ ਉਹਨਾਂ ਦੇ ਵਿੱਚ ਉਹਨਾਂ ਨੇ ਚੱਲਣਾ ਆ। ਤੇ ਉਸ ਕਰਕੇ ਅਸੀਂ ਗੁਰੂ ਪਾਤਸ਼ਾਹ ਇਹ ਅੱਗੇ ਅਰਦਾਸ ਕਰਦੇ ਕਿ ਸੱਚੇ ਪਾਤਸ਼ਾਹ ਉਹ ਇਨਸਾਫ ਦੇ ਸਕਦੇ ਆ। ਹਮੇਸ਼ਾ ਇਨਸਾਫ ਅਸੀਂ ਗੁਰੂ ਪਾਤਸ਼ਾਹ ਕੋਲ ਮੰਗਦੇ ਆ ਤੇ ਸੱਚੇ ਪਾਤਸ਼ਾਹ ਜਿਹੜੇ ਆ ਉਹ ਹਮੇਸ਼ਾ ਇਨਸਾਫ ਦਿੰਦੇ ਆ ਤੇ ਉਹ ਜ਼ਰੂਰ ਸਿੱਖ ਕੌਮ ਨੂੰ ਇਨਸਾਫ ਦੇਣਗੇ ਤੇ ਸ਼ਹੀਦਾਂ ਦਾ ਸੁਪਨਾ ਖਾਲਿਸਤਾਨ ਖਾਲਸਾ ਰਾਜ ਇੱਕ ਦਿਨ ਜ਼ਰੂਰ ਜਲਦੀ ਹੀ ਹੋਣ ਦੇ ਵਿੱਚ ਆਏਗਾ। ਹਾਂਜੀ ਵਿਊਅਰਸ, ਜਿੱਥੇ ਅਸੀਂ ਇਸ ਵਕਤ ਗੁਰਦੁਆਰਾ ਦਸ਼ਮੇਸ਼ ਦਰਬਾਰ ਦੇ ਬਾਹਰ ਖਲੋਤੇ ਆ ਤੇ ਇੱਥੇ ਜਿੱਥੇ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਦੀਆਂ ਤਿਆਰੀਆਂ ਚੱਲ ਰਹੀਆਂ ਨੇ, ਕੱਲ ਨੂੰ ਕੱਢਿਆ ਜਾਣਾ ਆ ਤੇ ਜਿਹੜਾ ਅਜੋਕਾ ਸਿੱਖ ਸੰਘਰਸ਼ ਹੈ ਜਿਹੜਾ 1984 ਤੋਂ ਬਾਅਦ ਜਿਵੇਂ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਬਚਨ ਸਨ ਕਿ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਦੇ ਵਿੱਚ ਪਏ ਤੇ ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਤੇ 1986 ਦੇ ਵਿੱਚ ਜਦੋਂ ਖਾਲਿਸਤਾਨ ਦਾ ਐਲਾਨਨਾਮਾ ਹੁੰਦਾ, ਉਸ ਦਿਨ ਤੋਂ 1984 ਤੋਂ ਲੈ ਕੇ ਸੰਘਰਸ਼ ਦੇ ਨਾਲ ਜਿਹੜੇ ਜੁੜੇ ਹੋਏ ਬੰਦੇ ਹੈਗੇ ਆ, ਉਹ ਮਤਲਬ ਪੰਜਾਬ ਦੇ ਵਿੱਚ ਜਿਹੜੀ ਅਜੋਕੀ ਸਟਰਗਲ ਸੀ ਉਹ ਹਕੂਮਤ ਨੇ ਦਹਿਸ਼ਤ ਦੇ ਨਾਲ, ਤਸ਼ੱਦਦ ਦੇ ਨਾਲ ਉਹਨੂੰ ਢਹਿ ਢੇਰੀ ਕੀਤਾ ਤੇ ਉਹ ਇੱਕ ਸਟਰਗਲ ਦਾ ਫੇਜ਼ ਸੀ ਉਹ ਦੂਜੇ ਪਾਸੇ ਨੂੰ ਉਹ ਹੋਇਆ। ਤੇ ਹੁਣ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਹਾਂ ਤੇ ਜਥੇਦਾਰ ਨਿਰਪਾਲ ਸਿੰਘ ਇਸ ਵਕਤ ਸਾਡੇ ਨਾਲ ਮੌਜੂਦ ਨੇ, ਜਿਹੜੇ ਕਿ ਉਸ ਸਟਰਗਲ ਦੇ ਨਾਲ ਉਦੋਂ ਤੋਂ ਜੁੜੇ ਹੋਏ ਨੇ ਸਟਰਗਲ ਦੇ ਨਾਲ ਤੇ ਅੱਜ ਇਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਨੇ। ਤੇ ਇੱਥੇ ਨਾਰਥ ਅਮਰੀਕਾ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਇਕੱਠ ਸਿੱਖਾਂ ਦਾ ਹੁੰਦਾ ਤੇ ਉੱਥੇ ਸੰਘਰਸ਼ ਦੀ ਗੱਲ ਹੁੰਦੀ ਹੈ, ਖਾਲਿਸਤਾਨ ਦੀ ਗੱਲ ਹੁੰਦੀ ਹੈ, ਇਹਦੇ ਵਿੱਚ ਵੀ ਇਹਨਾਂ ਦਾ ਜਿਹੜਾ ਅਹਿਮ ਯੋਗਦਾਨ ਹੈ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਸੀਂ ਉਸ ਸੰਘਰਸ਼ ਦੇ ਵਿੱਚੋਂ ਜਿੱਥੇ ਮਤਲਬ ਖਾੜਕੂ ਸੰਘਰਸ਼ ਜਾਂ ਖਾੜਕੂ ਦੌਰ ਦੇ ਵਿੱਚੋਂ ਨਿਕਲ ਕੇ ਤੁਸੀਂ ਸਾਰੇ ਉਹ ਉਤਾਰ ਚੜਾਅ ਦੇਖੇ ਆ, ਸੋ ਅੱਜ ਅਸੀਂ ਤੁਹਾਡੇ ਕੋਲ ਪਹੁੰਚੇ ਹਾਂ। ਮਤਲਬ TV 84 ਜਿਹੜਾ ਹੈਗਾ ਸਾਡੀ ਟੀਮ ਪਹਿਲੀ ਵਾਰ ਇਸ ਨਗਰ ਕੀਰਤਨ ਦੇ ਵਿੱਚ ਉਸ ਲੈਵਲ ਦੇ ਉੱਤੇ ਸ਼ਮੂਲੀਅਤ ਕਰ ਰਹੀ ਹੈ ਤੇ ਕਿਵੇਂ ਤੁਸੀਂ ਇਹ ਸਾਰੇ ਪਿਛਲੇ ਜੇ ਅਸੀਂ ਦਹਾਕਿਆਂ ਦਾ ਸਮਾਂ ਦੇਖਣਾ ਹੋਵੇ ਕਿਵੇਂ ਮਹਿਸੂਸ ਕੀਤਾ ਤੇ ਕਿਵੇਂ ਜੇ ਸਾਡੇ ਦਰਸ਼ਕਾਂ ਲਈ ਤੁਸੀਂ ਬਿਆਨ ਕਰ ਸਕੋ। ਖਾਲਸਾ ਜੀ, ਜਦੋਂ ਦਰਬਾਰ ਸਾਹਿਬ ਅਟੈਕ ਹੋਇਆ ਉਸ ਦਿਨ ਤੋਂ ਅਸੀਂ ਸੰਘਰਸ਼ੀ ਲੋਕ ਗਏ ਹਾਂ। ਅਸੀਂ 85 ਚ ਇੱਥੋਂ ਪਾਕਿਸਤਾਨ ਚਲੇ ਗਏ, 10 ਸਿੰਘ ਗਏ ਸੀਗੇ, ਜਿਨ੍ਹਾਂ ਤਕਰੀਬਨ 7-8 ਸਿੰਘ ਸ਼ਹੀਦ ਹੋ ਗਏ ਸੀਗੇ, ਅਸੀਂ 2 ਹੀ ਵਾਪਸ ਆਏ ਹਾਂ। ਪਰ ਅੱਜ ਦੀ ਜੋ ਸਥਿਤੀ ਆ ਦੇਖੀ ਜਾਵੇ, ਬਾਹਲੇ ਲੋਕ ਹਿੰਦੁਸਤਾਨ ਦੀ ਹਕੂਮਤ ਡਰਦੇ ਹੋਏ ਜਾਂ ਵੀਜ਼ਿਆਂ ਦੀ ਭੁੱਖ ਪਿੱਛੇ
ਉਹਨਾਂ ਪੈਰੀ ਪੈ ਗਈ ਜਾ ਕੇ। ਅੱਜ ਜੇ ਹਰਦੀਪ ਸਿੰਘ ਪਿੱਲੇ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਕਿਉਂ ਹੋਈ ਆ? ਜਿਹੜੇ ਬੰਦੇ ਬਚੇ ਹੋਏ ਆ, ਜਿਹੜੇ ਹਿੰਦੁਸਤਾਨ ਦੀ ਗੌਰਮੈਂਟ ਨੇ ਕੀ ਅੱਜ ਵੀ ਖੜੇ ਆ, ਇਹਨਾਂ ਇਜ਼ਰਾਈਲ ਦੇ ਤਰੀਕੇ ਨਾਲ ਜਿਵੇਂ ਉਹਨਾਂ ਜੂਆਂ ਜਾ ਕੇ ਨਾਜ਼ੀਆਂ ਜਾ ਕੇ ਮਾਰਿਆ ਸੀਗਾ, ਇਹਨੇ ਉਹ ਪਾਲਿਸੀ ਬਣਾਈ ਆ ਤੇ ਜਿਸ ਤਹਿਤ ਇਹ ਹੁਣ ਟਾਰਗੇਟ ਕੀਤੇ ਵੀ ਜਿਹੜੇ ਬੰਦੇ ਬਾਹਰ 25-30 ਫਿਰਦੇ ਆ, ਜਿਹੜੇ ਸਾਡੇ ਮੁਲਕ ਦਬੇ ਨਹੀਂ ਨਾ ਝੁਕੇ ਆ, ਨਾ ਝੁਕਣਾ, ਉਹਨਾਂ ਨੂੰ ਕਿਸੇ ਕੇ ਟਾਰਗੇਟ ਕੀਤਾ ਜਾਵੇ। ਪਹਿਲਾ ਨਿਸ਼ਾਨਾ ਭਾਈ ਹਰਦੀਪ ਸਿੰਘ ਨਿੱਜਰ ਦਾ ਸੀਗਾ, ਦੂਜਾ ਨਿਸ਼ਾਨਾ ਪੰਨੂ ਦਾ ਸੀਗਾ, ਜਿੱਥੇ ਉਹਨਾਂ ਦਾ ਪੋਲ ਖੁੱਲ ਗਿਆ ਵੀ ਇਹ ਇੰਡੀਅਨ ਗਵਰਨਮੈਂਟ ਕਿਵੇਂ ਬੰਦਿਆਂ ਨੂੰ ਹਿੱਟ ਕਰਾ ਰਹੀ ਆ। ਉਸ ਤੋਂ ਬਾਅਦ ਜਦ ਟਰੂਡੋ ਨੇ ਇੱਥੇ ਸਟੈਪ ਚੱਕ ਲਿਆ, ਬਹੁਤ ਵੱਡਾ ਉਹਨੇ ਕਦਮ ਚੱਕਿਆ ਵੀ ਹਾਂ ਇਹ ਹਿੰਦੁਸਤਾਨੀ ਗਵਰਨਮੈਂਟ ਇਨਵੋਲਵ ਹੈ ਇਹਨਾਂ ਚੀਜ਼ਾਂ 'ਚ। ਉਸ ਤੋਂ ਬਾਅਦ ਇਹਨੇ ਇੱਥੋਂ ਦੀ ਏਜੰਸੀਆਂ ਬੈਠੀਆਂ ਸੀ ਸਾਰੀਆਂ ਰਾਤ ਦੀਆਂ, ਉਹਨਾਂ ਨੇ ਇੱਥੋਂ ਕਿੱਕ ਆਊਟ ਕੀਤੀਆਂ। ਪਰ ਅੱਜ ਦਾ ਜੋ ਸੰਘਰਸ਼ ਹੈ ਜਿੱਥੇ ਆਪਾਂ ਖੜੇ ਆ, ਇਹ ਉਹ ਸਮੂਹ ਸ਼ਹੀਦਾਂ ਯਾਦ ਵਿੱਚ ਗੁਰਦੁਆਰਾ ਜਿਨ੍ਹਾਂ ਨੇ ਸਿੱਖ ਕੌਮ ਲਈ ਸ਼ਹਾਦਤਾਂ ਪਾਈਆਂ, ਤੇ ਇਹੀ ਗੁਰਦੁਆਰਾ ਜਿਹੜਾ ਖਾਲਸਾ ਲਈ ਅੱਜ ਵੀ ਖੜਾ ਤੇ ਖੜਾ ਰਹੂਗਾ ਜਿੰਨਾ ਸੰਘਰਸ਼ ਸਾਡਾ ਸਿਰ ਨਹੀਂ ਲੱਗਦਾ। ਅਸੀਂ ਵੀ ਉਨਾ ਚਿਰ ਲੜਦੇ ਰਹਿਣਾ ਜਿੰਨਾ ਚਿਰ ਸਾਡੀ ਜਿੱਤ ਨਹੀਂ ਹੁੰਦੀ। ਮੇਰੀ ਸਮੁੱਚੀ ਕੌਮ ਨੂੰ ਬੇਨਤੀ ਆ ਵੀ ਅੱਜ ਅਸੀਂ ਆਜ਼ਾਦੀ ਵੱਲ ਵਧ ਰਹੇ ਆ। ਜੇ 2 ਲੱਖ ਵੋਟ ਸਰੀ 'ਚ ਪੈ ਗਈ, 2 ਲੱਖ ਵੋਟ ਕੈਲੀਫੋਰਨੀਆ 'ਚ ਪੈ ਗਈ ਆ, ਇਹਦਾ ਮਤਲਬ ਤੁਹਾਡਿਆਂ ਸੰਘਰਸ਼ੀ ਲੋਕ ਜੁੜ ਰਹੇ ਆ, ਜਿਹੜੇ ਬਹੁਤ ਬਤਾਦ ਆ ਲੋਕੀ, ਉਹ ਗੁਲਾਮੀ ਮਹਿਸੂਸ ਕਰਨ ਲੱਗੇ ਆ, ਉਹ ਆਜ਼ਾਦੀ ਵੱਲ ਤੁਰ ਪਏ ਆ। ਅੱਜ ਲੋੜ ਹੈ ਹਮਲਾ ਮਾਰਨ ਦੀ, ਵੀ ਵੱਧ ਤੋਂ ਵੱਧ ਖੜੇ ਹੋ ਕੇ ਇਸ ਝੂਠ ਦੇ ਮਲ ਨੂੰ ਸੁੱਟੀਏ ਥੱਲੇ। ਹਿੰਦੁਸਤਾਨ ਦੀ ਗਵਰਨਮੈਂਟ ਇਹ ਸੋਚ ਬੈਠੀ ਆ ਵੀ ਇਹ 4 ਬੰਦੇ ਫਿਨਿਸ਼ ਕਰ ਦਾਂਗੇ। ਗੁਰੂ ਸਾਹਿਬ ਨੇ ਕਿਹਾ ਵੀ इन पुत्रन के शीश पर वार दिए सो 4 में तक क्या हुआ जीवित के 1000 ਅੱਜ ਉਹਦੇ ਗੁਰੂ ਗੋਬਿੰਦ ਸਿੰਘ ਹਜ਼ਾਰਾਂ ਪੁੱਤਰ ਜਿਉਂਦੇ ਆ ਜਿਹੜੇ ਹਿੰਦੁਸਤਾਨ ਦੇ ਬ੍ਰਾਹਮਣ ਨੂੰ ਬਚਾਉਣ ਲਈ ਗੁਰੂ ਤੇਗ ਬਹਾਦਰ ਨੇ ਸ਼ਹੀਦੀ ਦਿੱਤੀ ਸੀਗੀ। ਅੱਜ ਇਹ ਉਸ ਕੌਮ ਨੂੰ ਮਾਰਨ ਤੁਰ ਪਿਆ, ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਕੌਮ ਨਾ ਮੁਗਲਾਂ ਕੋਲੋਂ ਨਾ ਹੋਰ ਕਿਸੇ ਕੋਲ ਦਵੀ ਨਾ ਅੰਗਰੇਜ਼ਾਂ ਕੋਲ ਦਵੀ ਆ, ਤੁਹਾਡੇ ਕੋਲ ਵੀ ਨਹੀਂ ਦਵਣਾ ਸੀ ਜਿੰਨਾ ਮਰਜ਼ੀ ਹੋਰ ਲਾ ਲੂਗਾ। ਇੱਥੇ ਕਰੋੜਾਂ ਦਾ ਹਿਸਾਬ ਨਹੀਂ ਹੁੰਦਾ, ਇੱਥੇ ਗਿਣਤੀ ਮਿਹਨਤੀ ਨਹੀਂ, ਇੱਥੇ 1.25 ਲੱਖ ਦੀ ਗਿਣਤੀ ਦਾ ਚੱਲਦਾ ਖਾਲਸਾ। ਤੇ ਅਸੀਂ ਆਖਰੀ ਦਮ ਤੱਕ ਲੜਾਂਗੇ, ਮਰਾਂਗੇ, ਜੂਝਾਂਗੇ, ਪਰ ਆਜ਼ਾਦੀ ਲਈ ਖੜੇ ਰਵਾਂਗੇ। ਖਾਲਸਾ ਦਾ ਨਿਸ਼ਾਨਾ ਖਾਲਸਤਾਨ ਬਣਾਉਣ ਲਈ ਆਖਰ ਤੱਕ ਅਸੀਂ ਜੰਗ ਲੜਾਂਗੇ। ਖਾਲਸਾ ਜੀ, ਅੱਜ ਅਸੀਂ ਸਾਰੇ ਖਾਲਸਾ ਜੀ ਦੇ ਸਾਜਨਾ ਦਿਵਸ ਤੇ ਦੂਰੋਂ ਨੇੜਿਓਂ ਸੰਗਤਾਂ ਇਕੱਤਰ ਹੋਈਆਂ ਆ। ਇਸ ਅੱਜ ਦੇ ਖੁਸ਼ੀ ਦੇ ਮੌਕੇ ਤੇ ਸਾਰਿਆਂ ਨੂੰ ਮੁਬਾਰਕਾਂ ਤਾਂ ਹੈ। ਮੁਬਾਰਕਾਂ ਕਿਸ ਚੀਜ਼ ਦੀਆਂ? ਗੁਰੂ ਜੀ ਨੇ ਕਿਰਪਾ ਕੀਤੀ ਸੀ 1699 ਦੇ ਵਿੱਚ ਵਿਸਾਖੀ ਵਾਲੇ ਦਿਨ ਖਾਲਸਾ ਜੀ ਨੂੰ ਸਾਜਨਾ ਦੇ ਪ੍ਰਗਟ ਕੀਤਾ ਸੀ। ਪ੍ਰਗਟ ਇਸ ਕਰਕੇ ਕੀਤਾ ਸੀ ਕਿ ਜ਼ੁਲਮ ਤੋਂ ਵਿਰੁੱਧ ਜੂਝਣ ਵਾਸਤੇ ਰਾਜ ਕਰੇਗਾ ਖਾਲਸਾ ਦਾ ਨਾਰਾ ਦਿੱਤਾ ਸੀ। ਵਧਾਈਆਂ ਇਸ ਚੀਜ਼ ਦੀਆਂ ਹੋਣੀਆਂ ਚਾਹੀਦੀਆਂ ਵੀ ਖਾਲਸਾ ਜੀ ਅੱਜ ਸਮੇਂ ਦੀ ਲੋੜ ਹੈ ਕਿ ਖਾਲਿਸਤਾਨ ਦੇ ਚੱਲ ਰਹੇ ਸੰਘਰਸ਼ ਦੇ ਵਿੱਚ ਜੋ ਗੁਰੂ ਸਾਹਿਬ ਜੀ ਨੇ ਸਾਨੂੰ ਉਪਦੇਸ਼ ਕੀਤਾ, ਜ਼ੁਲਮ ਤੋਂ ਵਿਰੁੱਧ ਜੂਝਣਾ, ਖਾਲਸਾ ਰਾਜ ਨੂੰ ਕਾਇਮ ਕਰਨਾ, ਉਸ ਚੀਜ਼ ਦੀਆਂ ਮੁਬਾਰਕਾਂ ਦਈਏ, ਨਾ ਕਿ ਸੰਗਤਾਂ ਨੂੰ ਇੱਕ ਦੂਜੇ ਨੂੰ ਲੰਗਰ ਛਕਣ ਜਾਂ ਆਉਣ ਜਾਣ ਦੀਆਂ ਮੁਬਾਰਕਾਂ ਦਈਏ। ਖਾਲਸਾ ਜੀ, ਅੱਜ ਦੇ ਦਿਨ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅੱਜ ਆਪਾਂ ਪ੍ਰਣ ਕਰੀਏ ਕਿ ਗੁਰੂ ਵਾਲੇ ਸਿੰਘ ਸੱਜ ਕੇ ਖੰਡੇ ਬਾਟੇ ਦੀ ਪੌੜ ਲੈ ਕੇ ਅੱਜ ਅਸੀਂ ਅੱਜ ਦੇ ਦਿਨ ਤੋਂ ਜਿਹੜਾ ਚੱਲ ਰਿਹਾ ਸੰਘਰਸ਼ ਖਾਲਸਾ ਰਾਜ ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਆਪਣਾ ਬਣਦਾ ਯੋਗਦਾਨ ਪਾਵਾਂਗੇ। ਇਹੀ ਸੱਚੇ ਪਾਤਸ਼ਾਹ ਜੀ ਦਾ ਸੁਨੇਹਾ ਸੀ, ਇਹੀ ਸੰਗਤਾਂ ਨੂੰ ਉਪਦੇਸ਼ ਸੀ। ਸਾਡਾ ਫਰਜ਼ ਸੱਚੇ ਸਿੱਖ ਹੋਣ ਤੇ ਇਹੀ ਬਣਦਾ ਕਿ ਜਿਸ ਤਰੀਕੇ ਦੇ ਨਾਲ ਵੀ ਖਾਲਿਸਤਾਨ ਦੇ ਚੱਲ ਰਹੇ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ, ਕਿਸੇ ਵੀ ਜਥੇਬੰਦੀ ਦੇ ਨਾਲ, ਕਿਸੇ ਵੀ ਤਰੀਕੇ ਦੇ ਨਾਲ ਜੋ ਵੀ ਸੇਵਾ ਨਿਭਾ ਰਹੇ ਨੇ ਸਿੰਘ, ਉਹਨਾਂ ਦਾ ਸਾਥ ਦਈਏ, ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੀਏ। ਇਹੀ ਖਾਲਸਾ ਜੀ ਦੇ ਸਾਜਨਾ ਦਿਵਸ ਦੀਆਂ ਸੱਚੀਆਂ ਸ਼ਰਧਾਂਜਲੀਆਂ ਨੇ, ਇਹੀ ਇੱਕ ਦੂਜੇ ਨੂੰ ਮੁਬਾਰਕਾਂ ਨੇ। ਜਿਸ ਚੀਜ਼ ਵਾਸਤੇ ਖਾਲਸਾ ਜੀ ਨੂੰ ਪ੍ਰਗਟ ਕੀਤਾ ਸੀ, ਖਾਲਸਾ ਜੀ ਅਸੀਂ ਉਸ ਤੋਂ ਦੂਰ ਜਾ ਚੁੱਕੇ ਹਾਂ। ਇਹ ਨਹੀਂ ਪਤਾ ਕਿਸ ਚੀਜ਼ ਦੀ ਵੇਟ ਕਰਦੇ ਹਾਂ। 7 ਲੱਖ ਦਾ ਕੱਲ ਨੂੰ ਇਕੱਠ ਹੋਣਾ, ਖਾਲਸਾ ਦਾ ਨਾਂ ਲੈਣ ਤੋਂ ਅੱਧੇ ਨੂੰ ਜ਼ਿਆਦਾ ਸੰਗਤਾਂ ਡਰਦੀਆਂ ਨੇ। ਅਕਾਲ ਤਖਤ ਢੱਠ ਚੁੱਕਾ, ਲੱਖਾਂ ਦੀ ਤਾਦਾਦ ਵਿੱਚ ਸਿੰਘ ਸ਼ਹੀਦ ਹੋ ਚੁੱਕੇ ਆ, ਗੁਰੂ ਗ੍ਰੰਥ ਸਾਹਿਬ ਜੀ ਸ਼ਹੀਦ ਹੋ ਚੁੱਕੇ ਨੇ, ਤੇ ਅਸੀਂ ਫਿਰ ਵੀ ਪਤਾ ਨਹੀਂ ਕਿਹੜੇ ਚੀਜ਼ ਦੀ ਵੇਟ ਕਰੀ ਜਾਂਦੇ ਹਾਂ। ਹਜੇ ਵੀ ਸਾਡੇ ਰਗਾਂ ਦੇ ਵਿੱਚੋਂ, ਜ਼ੁਬਾਨ ਦੇ ਵਿੱਚੋਂ
ਖਾਲਿਸਤਾਨ ਖਾਲਸਾ ਰਾਜ ਦਾ ਸੁਨੇਹਾ ਨਹੀਂ ਨਿਕਲਦਾ। ਖਾਲਸਾ ਜੀ ਸਾਨੂੰ ਸੋਚਣਾ ਪਵੇਗਾ ਕਿ ਸਾਡੇ 'ਚ ਕੀ ਘਾਟ ਆ ਗਈ ਆ, ਕਿਸ ਚੀਜ਼ ਦਾ ਡਰ ਪੈ ਗਿਆ, ਕਿਉਂ ਨਹੀਂ ਸਾਡੀਆਂ ਰਗਾਂ ਦੇ ਵਿੱਚੋਂ ਸੱਚ ਦੀ ਆਵਾਜ਼, ਜ਼ੁਲਮ ਤੋਂ ਵਿਰੁੱਧ ਜੂਝਣ ਦੀ ਆਵਾਜ਼ ਨਹੀਂ ਨਿਕਲਦੀ। ਆਓ ਇਕੱਠੇ ਹੋ ਕੇ ਦ੍ਰਿੜਤਾ ਦੇ ਨਾਲ ਪਾਤਸ਼ਾਹ ਜੀ ਦੇ ਚਰਨਾਂ 'ਚ ਬੇਨਤੀ ਕਰੀਏ ਤੇ ਨਾਲ ਦ੍ਰਿੜਤਾ ਦੇ ਨਾਲ ਸੱਚੇ ਪਾਤਸ਼ਾਹ ਦੇ ਖੜ ਕੇ ਅਹਿਦ ਲਈਏ, ਜਿੰਨਾ ਚਿਰ ਤੱਕ ਖਾਲਸਾ ਰਾਜ ਖਾਲਿਸਤਾਨ ਆਜ਼ਾਦ ਨਹੀਂ ਹੋ ਰਹਿੰਦਾ ਉਹਨਾਂ ਚਿਰ ਸੰਘਰਸ਼ ਜਾਰੀ ਰਹੂਗਾ। ਔਰ ਜਿਨ੍ਹਾਂ ਨੇ ਸੰਘਰਸ਼ ਜਾਰੀ ਕੀਤਾ ਹੈ ਉਹਨਾਂ ਦਾ ਸਹਿਯੋਗ ਦੇਣ ਦਾ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਹਿਦ ਲਈਏ। ਬੋਲਦਿਆਂ ਭੁੱਲ ਚੁੱਕਦੇ ਮਾਫ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਖਾਲਿਸਤਾਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। PG84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਤੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਰਜ਼, ਅੱਜ ਅਸੀਂ ਗੁਰਦੁਆਰਾ ਦਸ਼ਮੇਸ਼ ਦਰਬਾਰ ਸਰੀ ਦੇ ਵਿੱਚ ਪਹੁੰਚੇ ਆ, ਬ੍ਰਿਟਿਸ਼ ਕੋਲੰਬੀਆ ਦੀ ਧਰਤੀ ਤੇ। ਇੱਥੇ ਕੱਲ ਨੂੰ ਨਗਰ ਕੀਰਤਨ ਕੱਢਿਆ ਜਾਣਾ ਹੈ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ, ਜਿਹੜਾ ਕਿ ਨਾਰਥ ਅਮਰੀਕਾ ਦੇ ਵਿੱਚ ਸਿੱਖਾਂ ਦਾ ਸਭ ਤੋਂ ਵੱਡਾ ਇਕੱਠ ਹੁੰਦਾ ਹੈ। ਤੇ ਇਸ ਨਗਰ ਕੀਰਤਨ ਦੀ ਅਹਿਮੀਅਤ ਇਸ ਲਈ ਵੀ ਬਹੁਤ ਜ਼ਿਆਦਾ ਹੈਗੀ ਹੈ ਇਸ ਵਕਤ ਪੋਲੀਟੀਕਲੀ ਸਿੱਖਾਂ ਦੇ ਲਈ, ਕਿਉਂਕਿ ਬੀਤੇ ਵਰੇ ਦੇ ਵਿੱਚ ਸਰਦਾਰ ਹਰਦੀਪ ਸਿੰਘ ਨਿੱਜਰ ਦਾ ਕਤਲ ਇਸੇ ਸ਼ਹਿਰ ਦੇ ਵਿੱਚ ਹੁੰਦਾ ਆ ਤੇ ਉਸ ਦੇ ਲਈ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਵੱਲੋਂ ਸਿੱਧੇ ਤੌਰ ਦੇ ਉੱਤੇ ਭਾਰਤ ਦੀ ਹਕੂਮਤ ਨੂੰ ਜਿਹੜਾ ਹੈ ਉਹ ਜ਼ਿੰਮੇਵਾਰ ਦੱਸਿਆ ਜਾਂਦਾ ਆ। ਸੋ ਉਹਦੀ ਜਿੱਥੇ ਇੱਕ ਪਾਸੇ ਇਨਵੈਸਟੀਗੇਸ਼ਨ ਚੱਲ ਰਹੀ ਹੈ, ਉੱਥੇ ਇਸ ਨਗਰ ਕੀਰਤਨ ਦੇ ਵਿੱਚ ਜਿਹੜਾ ਆ ਉਹ ਵੱਡੀ